ਜਿਹੜੀ ਇਹ ਕੁਰਾਨ ਲਿਖੀ ਗਈ ਇਹ ਬਾਦਸ਼ਾਹ ਔਰੰਗਜ਼ੇਬ ਆਲਮਗੀਰ ਦਿੱਲੀ ਦਾ ਬਾਦਸ਼ਾਹ ਉਹਨੇ ਆਪਣੇ ਹੱਥ ਨਾਲ ਲਿਖੀ। ਇਹ ਔਰੰਗਜ਼ੇਬ ਬਾਦਸ਼ਾਹ, ਹਾਂਜੀ, ਜਿਹੜਾ ਔਰੰਗਜ਼ੇਬ ਬਾਦਸ਼ਾਹ ਸੀ ਉਹ ਆਪਣੇ ਹੱਥ ਨਾਲ ਕੁਰਾਨ ਲਿਖ ਕੇ ਇਹਨੂੰ ਸੇਲ ਕਰਕੇ ਉਹਦੇ ਨਾਲ ਰੋਟੀ ਖਾਂਦਾ ਸੀ। ਸਰਕਾਰੀ ਖਜ਼ਾਨੇ 'ਚੋਂ ਰੋਟੀ ਨਹੀਂ ਸੀ ਖਾਂਦਾ, ਉਹ ਆਪਣੀ ਕਿਰਤ ਕਰਦਾ ਸੀ ਜੀ। ਇਹ ਔਰੰਗਜ਼ੇਬ ਬਾਦਸ਼ਾਹ ਦੀ ਆਪਣੀ ਹੱਥ ਦੀ ਲਿਖੀ ਕੁਰਾਨ ਆ। 300 ਸਾਲ ਦਾ ਇਹਦਾ ਪੀਰੀਅਡ ਆ ਜੀ। ਲਾਗਤ ਗ੍ਰੰਥ ਦੀ ਵੀ ਕਾਗਜ਼ਾਂ ਦੇ ਕਿੰਨੇ ਪੈਸੇ ਲੱਗੇ, ਲੀਕਾਂ ਮਾਰਨ ਦੇ ਇੰਨੇ ਲੱਗੇ, 30 ਰੁਪਏ ਲਿਖਾਈ ਦੇ ਦਿੱਤੇ, ਕੁੱਲ ਜੋੜ 42 ਰੁਪਏ। 42 ਰੁਪਏ ਖਰਚਾ। 42 ਰੁਪਏ ਅੱਜ ਤੋਂ 200 ਸਾਲ ਪਹਿਲਾਂ ਜਦੋਂ 10 ਰੁਪਏ ਦਾ 1 ਕਿੱਲਾ ਜ਼ਮੀਨ ਆ ਜਾਂਦੀ ਸੀ, ਛਾਣਨਾ ਕੱਪੜ ਛਾਣ ਕਰਕੇ ਫਿਰ 40 ਦਿਨ ਧੁੱਪ ਲਵਾਉਣੀ, ਫਿਰ ਉਹਦੇ 'ਚ ਸੋਨਾ ਵੀ ਮਿਕਸ ਕੀਤਾ ਜਾਂਦਾ ਸੀ ਤਾਂ ਕਿ ਉਹ ਲਿਖਾਈ ਜਿਹੜੀ ਸ਼ਾਈਨਿੰਗ ਉਹਦੀ ਉੱਦਾਂ ਹੀ ਰਹਿੰਦੀ ਹੈ। ਤੁਲਸੀਦਾਸ ਦੀ ਲਿਖੀ ਹੋਈ ਰਮਾਇਣ ਹੈ ਪੰਜਾਬੀ ਦੇ ਵਿੱਚ। ਅੱਛਾ, ਰਮਾਇਣ। ਹਾਂਜੀ, ਗੁਰਮੁਖੀ ਦੇ ਵਿੱਚ ਰਮਾਇਣ ਆ ਤੁਲਸੀ ਰਮਾਇਣ। ਤੁਲਸੀ ਰਮਾਇਣ ਇਹਦੇ ਵਿੱਚ ਜਿਵੇਂ ਲਿਖਿਆ ਨਾ ਇਹ ਸ਼੍ਰੀ ਰਾਮਚਰਿਤ ਮਾਨਸ ਹੈ। ਰਾਮਚਰਿਤ ਮਾਨਸ ਜਿਹੜਾ ਤੁਲਸੀਦਾਸ ਨੇ ਲਿਖਿਆ ਸੀ। ਇਹ ਗੀਤਾ ਤੇ ਗੁਰੂ ਗ੍ਰੰਥ ਸਾਹਿਬ ਇਕੱਠੇ ਪਏ ਰਹਿੰਦੇ ਆ, ਇਹਨਾਂ 'ਚ ਲੜਾਈ ਨਹੀਂ ਹੋਈ ਕਦੀ। ਇਹ ਗੱਲਾਂ ਕਰਦੇ ਹੋਣਗੇ ਕਿਤੇ ਨਾ ਕਿਤੇ। ਇਸ ਗ੍ਰੰਥ ਨੂੰ 29 ਸਾਲ ਲੱਗੇ ਨੇ, ਹੈ ਨਾ? ਹਾਂਜੀ ਹਾਂਜੀ, ਆਹ ਗ੍ਰੰਥ ਨੂੰ, ਹੈ ਨਾ? ਆਹ ਦੇਖੋ ਇਹਦੇ ਵਿੱਚ ਨਾ ਤੁਹਾਨੂੰ। ਹਾਂਜੀ, ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ। ਅੱਜ ਤੁਹਾਨੂੰ 400-500 ਸਾਲ ਪੁਰਾਣੇ ਗ੍ਰੰਥ ਦਿਖਾਉਣੇ ਨੇ, ਤੇ ਗ੍ਰੰਥ ਵੀ ਕਿਸੇ ਇੱਕ ਧਰਮ ਦੇ ਨਹੀਂ, ਹਿੰਦੂ, ਮੁਸਲਿਮ, ਸਿੱਖ, ਮਤਲਬ ਤਿੰਨਾਂ ਧਰਮਾਂ ਦੇ ਮਹਾਨ ਗ੍ਰੰਥਾਂ ਦੀ ਗੱਲਬਾਤ ਹੋਣੀ ਆ, ਤੇ ਸਾਰੀਆਂ ਹੀ ਪੁਰਾਤਨ ਹੱਥ ਲਿਖਤਾਂ ਨੇ। ਤਾਂ ਅੱਜ ਇਸ ਵਕਤ ਅਸੀਂ ਲੁਧਿਆਣੇ ਦੇ ਵਿੱਚ ਆ, ਸਰਦਾਰ ਨਰਿੰਦਰਪਾਲ ਸਿੰਘ ਜੀ ਹੁਣਾਂ ਦੇ ਘਰ ਦੇ ਕੋਲ ਧਰਮਸ਼ਾਲਾ ਬਣੀ ਹੋਈ ਹੈ, ਉੱਥੇ ਆਏ ਹੋਏ ਆ। ਸਰ ਸਵਾਗਤ ਹੈ ਜੀ ਤੁਹਾਡਾ, ਮਿਹਰਬਾਨੀ। ਤੇ ਮੈਂ ਇੱਕ ਗੱਲ ਹੋਰ ਦੱਸਦਿਆਂ ਨਾਲ ਲੱਗਦਿਆਂ ਵੀ ਕਿਸੇ ਪ੍ਰਾਈਵੇਟ ਬੰਦੇ ਕੋਲੇ ਇੰਨੇ ਗ੍ਰੰਥ, ਇੰਨਾ ਖਜ਼ਾਨਾ ਮੈਂ ਕਹਿੰਦਾ ਵੀ ਕਿਸੇ ਕੋਲੇ ਹੋਰ ਹੈ ਨਹੀਂਗਾ। ਜੇ ਕੋਈ ਹੋਵੇ ਤਾਂ ਦੱਸ ਦਿਓ ਭਲਾ, ਜੋ ਸਾਨੂੰ ਰਿਕਾਰਡ ਮਿਲਦੇ ਵੀ ਇੰਨਾ ਸਮਾਨ ਕਿਸੇ ਹੋਰ ਕੋਲੇ ਹੈ ਨਹੀਂ। ਮੈਂ ਕਹਿੰਦਾ ਜੋ ਵੱਡੀਆਂ ਸੰਸਥਾਵਾਂ ਵੀ ਨੇ ਉਹਨਾਂ ਕੋਲੇ ਵੀ ਇੰਨੇ ਪਵਿੱਤਰ ਗ੍ਰੰਥ, ਹੱਥ ਲਿਖਤਾਂ ਨਹੀਂ ਗਈਆਂ। ਸਰ ਪਹਿਲਾਂ ਤਾਂ ਜੀ ਸਾਡਾ ਨਾ ਸਿਰ ਝੁਕਦਾ ਤੁਹਾਡੀ ਇਸ ਕਿਰਤ ਦੇ ਅੱਗੇ, ਮਿਹਨਤ ਦੇ ਅੱਗੇ, ਜੋ ਤੁਸੀਂ ਇੰਨਾ ਮਿਹਨਤ ਕਰਨ ਵਾਲਾ ਕੰਮ ਕੀਤਾ ਜੀ। ਸਰ ਗੱਲ ਇਉਂ ਆ ਵੀ ਇੰਨੇ ਗ੍ਰੰਥ ਕਿੰਨਾ ਸਮਾਂ ਲੱਗ ਗਿਆ ਤੁਹਾਨੂੰ ਇਕੱਠੇ ਕਰਨ 'ਚ? ਮੈਂ ਪਿਛਲੇ 34 ਸਾਲ ਤੋਂ ਕਲੈਕਸ਼ਨ ਕਰ ਰਿਹਾ। ਪਹਿਲਾਂ ਤਾਂ ਮੇਰੀ ਬੇਸਿਕਲੀ ਮੈਂ ਕੋਇਨਸ ਕਲੈਕਸ਼ਨ ਕਰਦਾ ਸੀ ਜੀ, ਸਿੱਕੇ ਇਕੱਠੇ ਕਰਦਾ ਸੀ। ਸਿੱਕਿਆਂ ਤੋਂ ਬਾਅਦ ਫਿਰ ਮੈਨੂੰ ਹੋਇਆ ਕਿ ਸਿੱਕਿਆਂ ਦੇ ਨਾਲ ਇਤਿਹਾਸ ਨਾਲ ਰਿਲੇਟਡ ਹੋਰ ਜਿਹੜੀਆਂ ਚੀਜ਼ਾਂ ਸੀ ਸਾਰੀਆਂ ਉਹ ਮੈਨੂੰ ਇਕੱਠੇ ਕਰਨ ਦਾ ਸ਼ੌਂਕ ਹੋਇਆ। ਅਤੇ ਮੈਂ ਜਿੱਥੋਂ ਵੀ ਕਿਤੋਂ ਕੋਈ ਪੁਰਾਣੀ ਚੀਜ਼ ਜਿਹੜੀ ਕਿ ਕਿਸੇ ਕਲਚਰ ਨਾਲ ਰਿਲੇਟਡ ਸੀ, ਸਾਡੇ ਪੰਜਾਬ ਨਾਲ ਰਿਲੇਟਡ ਸੀ ਜਾਂ ਸਿੱਖੀਜ਼ਮ ਨਾਲ ਰਿਲੇਟਡ ਸੀ, ਮੈਂ ਉਹ ਸਾਰੀਆਂ ਇਕੱਠੀਆਂ ਕਰਨੀਆਂ ਸ਼ੁਰੂ ਕੀਤੀਆਂ। ਅਤੇ ਜਦੋਂ ਖੋਜ 'ਚ ਜਾਂਦੇ ਹਾਂ ਤਾਂ ਸਾਨੂੰ ਅਲੱਗ-ਅਲੱਗ ਥਾਵਾਂ ਤੋਂ ਅਲੱਗ-ਅਲੱਗ ਚੀਜ਼ਾਂ ਮਿਲਦੀਆਂ ਜੀ। ਅਤੇ ਉਹਦੇ ਵਿੱਚ ਅੱਜ ਜਿਹੜੀ ਇੱਥੇ ਮੈਂ ਡਿਸਪਲੇ, ਤੁਸੀਂ ਜਿਵੇਂ ਜ਼ਿਕਰ ਕੀਤਾ ਕਿ ਇੱਥੇ ਜਿਹੜੇ ਗ੍ਰੰਥ ਰੱਖੇ ਗਏ ਆ, ਉਹ ਗ੍ਰੰਥ ਸਿਰਫ ਸਿੱਖੀਜ਼ਮ ਨਾਲ ਨਹੀਂ ਹੈ ਜੀ। ਚਾਹੇ ਮੇਰਾ ਟਾਰਗੇਟ ਹੈਗਾ ਕਿ ਮੈਂ ਆਪਣਾ ਇੱਕ ਲਾਈਫ ਦਾ ਮੇਰਾ ਡ੍ਰੀਮ ਪ੍ਰੋਜੈਕਟ ਹੈ, ਮੈਂ ਸਿੱਖ ਮਿਊਜ਼ੀਅਮ ਬਣਾਉਣਾ ਚਾਹੁੰਦਾ ਜੀ, ਪਰ ਮੈਨੂੰ ਜਿੱਥੋਂ ਕਿਤੇ ਹੋਰ ਧਰਮਾਂ ਦੇ ਵੀ ਗ੍ਰੰਥ ਮਿਲਦੇ ਆ, ਮੈਂ ਵੀ ਉਹਨਾਂ ਨੂੰ ਵੀ ਓਨੇ ਹੀ ਸਤਿਕਾਰ ਨਾਲ ਇਕੱਠੇ ਕਰਦਾ, ਕਿਉਂਕਿ ਉਹ ਇੱਕ ਐਵੀਡੈਂਸ ਹੁੰਦਾ। ਅੱਜ ਕੱਲ੍ਹ ਜਿਵੇਂ ਇੱਕ ਬਹੁਤ ਕੰਟਰੋਵਰਸੀ ਚੱਲ ਰਹੀ ਸੀ ਕਿ ਪੁਰਾਤਨ ਗ੍ਰੰਥ ਜਿਹੜੇ ਆ ਉਹ ਵੱਡੀਆਂ ਸੰਸਥਾਵਾਂ ਵੀ ਉਹਨਾਂ ਦੀ ਕੇਅਰ ਨਹੀਂ ਕਰ ਪਾਈਆਂ, ਅਤੇ ਕਿੰਨੇ ਸੈਂਕੜੇ ਹੱਥ ਲਿਖਤ ਗ੍ਰੰਥ ਜਿਹੜੇ ਗਾਇਬ ਆ, ਜਿਨ੍ਹਾਂ ਬਾਰੇ ਇੰਨਾ ਪੋਲੀਟਿਕਸ 'ਚ ਵੀ ਰੌਲਾ ਪੈ ਰਿਹਾ, ਧਾਰਮਿਕ ਖੇਤਰ 'ਚ ਵੀ ਉਹ ਹੱਥ ਲਿਖਤ ਗ੍ਰੰਥ ਕਿੱਥੇ ਗਏ ਜੀ। ਅਤੇ ਉਹੀ ਇੱਕ ਸਰੋਤ ਹੁੰਦਾ ਜੇ ਤੋਂ ਤੁਸੀਂ ਇਹ ਆਈਡੈਂਟੀਫਾਈ ਕਰ ਸਕੋ, ਉਹਦੇ ਨਾਲ ਟੈਲੀ ਕਰ ਸਕੋ ਕਿ ਜਿਹੜਾ 200 ਸਾਲ ਪਹਿਲਾਂ, 300 ਸਾਲ ਪਹਿਲਾਂ, 400 ਸਾਲ ਪਹਿਲਾਂ ਜਿਹੜਾ ਗ੍ਰੰਥ ਸੀ, ਅੱਜ ਜਿਹੜੇ ਨਵੇਂ ਪ੍ਰਿੰਟਿੰਗ ਦੇ ਵਿੱਚ ਗ੍ਰੰਥ ਆ ਰਹੇ ਆ ਉਹਨਾਂ 'ਚ ਕੋਈ ਮਿਲਗੋਭਾ ਕੀਤਾ ਗਿਆ, ਉਹਨਾਂ 'ਚ ਕੋਈ ਚੇਂਜਿਸ ਕੀਤੀਆਂ ਗਈਆਂ, ਚਾਹੇ ਉਹ ਸ਼ਰਾਰਤ ਨਾਲ ਕੀਤੀਆਂ ਚਾਹੇ ਗਲਤੀ ਨਾਲ। ਉਹ ਗਲਤੀ ਵੀ ਤੁਸੀਂ ਤਾਂ ਹੀ ਚੈੱਕ ਕਰ ਸਕੋਗੇ ਜੇ ਤੁਹਾਡੇ ਕੋਲ ਉਹਦਾ ਹੈਂਡ ਰਿਟਨ ਮੈਨੂਸਕ੍ਰਿਪਟ ਹੋਊਗੀ, ਰੀਜਨਲ ਚੀਜ਼ ਹੋਊ, ਉਹਦੇ ਨਾਲ ਤੁਸੀਂ ਟੈਲੀ ਕਰ ਸਕੋ 300 ਸਾਲ ਪਹਿਲਾਂ ਜਿਹੜਾ ਓਰੀਜਨਲ ਗ੍ਰੰਥ ਸੀ ਉਹਦੇ ਅਤੇ ਅੱਜ ਦੇ ਜਿਹੜੇ ਗ੍ਰੰਥ ਦੇ ਵਿੱਚ ਕੀ ਚੇਂਜਿਸ ਹੈ। ਕਿਤੇ ਕੋਈ ਗਲਤੀ ਹੋਈ, ਲਗ ਮਾਤਰ ਦੀ ਭਾਵੇਂ ਗਲਤੀ ਹੈ, ਚਾਹੇ ਪੂਰੀ ਵਰਡਿੰਗ ਦੀ ਗਲਤੀ ਹੈ, ਕੋਈ ਇਹੋ ਜਿਹਾ ਰੈਫਰੈਂਸ ਗਲਤ ਦਿੱਤਾ ਗਿਆ ਜੀ, ਉਹਨਾਂ ਨੂੰ ਸੰਭਾਲਣ ਦੇ ਲਈ ਮੈਂ ਪਿਛਲੇ ਕਈ ਸਾਲਾਂ ਤੋਂ ਲੱਭ ਰਿਹਾ ਸੀ, ਜਿੱਥੋਂ ਮੈਨੂੰ ਮਿਲਦੇ ਰਹੇ। ਅੱਜ ਜਿਹੜੇ ਇੱਥੇ ਡਿਸਪਲੇ ਕੀਤੇ ਗਏ ਆ ਉਹ ਅਰਬੀ, ਫਾਰਸੀ, ਗੁਰਮੁਖੀ, ਸੰਸਕ੍ਰਿਤ ਦੇ ਗ੍ਰੰਥ ਆ ਜੀ, ਚਾਹੇ ਉਹਦੇ 'ਚ ਇਸਲਾਮਿਕ ਆ ਜੀ, ਜਾਂ ਸਿੱਖੀਜ਼ਮ ਨਾਲ ਰਿਲੇਟਡ ਆ, ਜਾਂ ਹਿੰਦੂ ਧਰਮ ਨਾਲ ਰਿਲੇਟਡ ਆ ਜੀ। ਫਿਰ ਵੱਡੀ ਗੱਲ ਆ ਜਿਵੇਂ ਭਾਸ਼ਾ ਦੇ ਆਧਾਰ 'ਤੇ ਪੰਜਾਬ ਦੀ ਵੰਡ ਕੀਤੀ ਗਈ ਜੀ, ਉਦੋਂ ਇਹ ਕਿਹਾ ਗਿਆ ਕਿ ਪੰਜਾਬੀ ਬੋਲਦੇ ਇਲਾਕੇ ਅਲੱਗ ਕੀਤੇ ਗਏ, ਜਾਂ ਪੰਜਾਬ 'ਚ ਪੰਜਾਬੀ ਨਹੀਂ ਬੋਲੀ ਜਾਂਦੀ ਸੀ ਜਿਹੜੇ ਇਲਾਕਿਆਂ 'ਚ। ਪਰ ਹੈਰਾਨੀ ਦੀ ਗੱਲ ਹੈ ਕਿ ਜਿਹੜੇ ਹਿੰਦੂ ਧਰਮ ਦੇ ਵੀ ਗ੍ਰੰਥ ਸਾਨੂੰ ਮਿਲੇ ਆ ਜੀ, ਪੰਜਾਬ 'ਚ ਲੋਕ ਸੰਸਕ੍ਰਿਤ ਨਹੀਂ ਸੀ ਜਾਣਦੇ ਜੀ। ਪੰਜਾਬ 'ਚ ਜਿੰਨੇ ਮੈਨੂੰ ਹਿੰਦੂ ਗ੍ਰੰਥ ਮਿਲੇ ਆ, ਜਿਹੜੀਆਂ ਫੈਮਿਲੀਜ਼ ਕੋਲ ਆ ਪੁਰਾਣੀਆਂ, ਕੋਈ ਚੰਗੀਆਂ ਰਾਇਲ ਫੈਮਿਲੀਜ਼ ਆ ਜਾਂ ਹੋਰ ਕੋਈ ਧਾਰਮਿਕ ਪਰਿਵਾਰ ਆ ਜਿਨ੍ਹਾਂ ਕੋਲ ਪੁਰਾਣੇ ਗ੍ਰੰਥ ਪਏ ਸੀ ਜੀ। ਇੱਕ ਬੈਡ ਲੱਕ ਕਹੀਏ ਕਿ ਪਹਿਲਾਂ ਕੁਝ ਗ੍ਰੰਥ ਲੋਕਾਂ ਨੇ ਸਿਰਫ ਇਸ ਕਰਕੇ ਪੁਰਾਣੇ ਗ੍ਰੰਥਾਂ ਨੂੰ ਸੰਸਕਾਰ ਕਰ ਦਿੰਦੇ ਸੀ ਜਾਂ ਜਲ ਪ੍ਰਵਾਹ ਕਰ ਦਿੰਦੇ ਸੀ, ਉਹ ਸਾਡੇ ਹੱਥੋਂ ਖੁੱਸ ਗਏ ਵੀ ਪੁਰਾਣੇ ਹੋ ਗਏ। ਹਾਂਜੀ, ਬਿਰਧ ਹੋ ਗਏ। ਇਹਨਾਂ ਦੇ ਪੇਜਿਸ ਜਿਹੜੇ ਆ, ਪੱਤਰਾ ਜੀ ਇਹ ਭੁਰਨ ਲੱਗ ਪਿਆ, ਇਹ ਪੇਜ ਬਿਰਧ ਹੋ ਚੁੱਕੇ ਆ,
ਬ੍ਰਿਟਲ ਹੋ ਗਏ, ਉਹਨਾਂ ਨੂੰ ਸੰਸਕਾਰ ਕਰ ਦਿੰਦੇ ਸੀ ਜਾਂ ਜਲ ਪ੍ਰਵਾਹ ਕਰਦੇ। ਉਹਦੇ ਨਾਲ ਸਾਡਾ ਬਹੁਤ ਸਾਰਾ ਸਰਮਾਇਆ ਜਿਹੜਾ ਇੱਦਾਂ ਹੀ ਨਸ਼ਟ ਹੋ ਗਿਆ ਬਹੁਤ। ਤੇ ਹੁਣ ਮੇਰੀ ਕੋਸ਼ਿਸ਼ ਸੀ ਕਿ ਇਹਨਾਂ ਸਾਰੀਆਂ ਚੀਜ਼ਾਂ ਨੂੰ ਕਿੱਦਾਂ ਬਚਾਇਆ ਜਾਵੇ ਜੀ। ਉਸ ਲਈ ਮੈਂ ਆਪਣੇ ਮਿਊਜ਼ੀਅਮ 'ਚ ਜਿਹੜੀ ਕਲੈਕਸ਼ਨ ਸੀ ਉਸ ਤੋਂ ਇਲਾਵਾ ਵੀ ਮੈਨੂੰ ਹੋਰ ਵੀ ਜਿੱਥੋਂ ਜਿੱਥੋਂ ਮਿਲੀ, ਅੱਜ ਇੱਥੇ ਜੀ ਕੁਰਾਨ, ਹੱਥ ਲਿਖਤ ਕੁਰਾਨ ਵੀ ਮੇਰੇ ਕੋਲ ਆ। ਇਹ ਹੱਥ ਲਿਖਤ ਨਹੀਂ? ਹਾਂਜੀ, ਇਹ ਹੈਂਡ ਰਿਟਨ ਅਰਬੀ ਭਾਸ਼ਾ ਦੇ ਵਿੱਚ ਕੁਰਾਨ ਲਿਖੀ ਹੋਈ ਹੈ ਜੀ। ਪਰ ਇਸ ਕੁਰਾਨ ਦੀ ਇੱਕ ਖਾਸੀਅਤ ਹੈ ਜੀ ਕਿ ਇਹ ਜਿਹੜੀ ਕੁਰਾਨ ਹੈ ਇਹਦੇ ਫਸਟ ਪੇਜ ਦੇ ਉੱਤੇ ਇੱਕ ਰੈਫਰੈਂਸ ਹੈ ਜਿਹੜੇ ਦਿੱਲੀ ਦੇ ਬਾਦਸ਼ਾਹ ਔਰੰਗਜ਼ੇਬ ਆਲਮਗੀਰ। ਹਾਂਜੀ, ਔਰੰਗਜ਼ੇਬ ਆਲਮਗੀਰ ਜਿਹੜੇ ਬਾਦਸ਼ਾਹ ਵਾ। ਅੱਛਾ, ਇਧਰਲੇ ਪਾਸੋਂ ਚੱਲਦਾ ਹੈ ਕੁਰਾਨ। ਹਾਂਜੀ, ਅਰਬੀ ਕਰਕੇ। ਇਹ ਪਹਿਲੇ ਪੇਜ ਦੇ ਉੱਤੇ ਉਹਨਾਂ ਦੇ ਵਜ਼ੀਰ ਆਜ਼ਮ ਜਿਹੜੇ ਸੀ, ਜਿਹਨੂੰ ਪ੍ਰਧਾਨ ਮੰਤਰੀ ਕਹਿੰਦੇ ਅਸੀਂ ਜੀ, ਉਹਨੇ ਇਹ ਸਰਟੀਫਾਈ ਕੀਤਾ ਕਿ ਮੈਂ ਅੱਜ ਤਸਦੀਕ ਕਰਦਾ ਕਿ ਜਿਹੜੇ ਅਰਬੀ ਭਾਸ਼ਾ 'ਚ ਜਿਹੜੀ ਇਹ ਕੁਰਾਨ ਲਿਖੀ ਗਈ, ਇਹ ਬਾਦਸ਼ਾਹ ਔਰੰਗਜ਼ੇਬ ਆਲਮਗੀਰ ਦਿੱਲੀ ਦਾ ਬਾਦਸ਼ਾਹ, ਉਹਨੇ ਆਪਣੇ ਹੱਥ ਨਾਲ ਲਿਖੀ। ਇਹ ਔਰੰਗਜ਼ੇਬ ਬਾਦਸ਼ਾਹ? ਹਾਂਜੀ, ਜਿਹੜਾ ਔਰੰਗਜ਼ੇਬ ਬਾਦਸ਼ਾਹ ਸੀ ਉਹ ਆਪਣੇ ਹੱਥ ਨਾਲ ਕੁਰਾਨ ਲਿਖ ਕੇ ਇਹਨੂੰ ਸੇਲ ਕਰਕੇ ਉਹਦੇ ਨਾਲ ਰੋਟੀ ਖਾਂਦਾ ਸੀ। ਸਰਕਾਰੀ ਖਜ਼ਾਨੇ 'ਚੋਂ ਰੋਟੀ ਨਹੀਂ ਸੀ ਖਾਂਦਾ, ਉਹ ਆਪਣੀ ਕਿਰਤ ਕਰਦਾ ਸੀ ਜੀ। ਇਹ ਔਰੰਗਜ਼ੇਬ ਬਾਦਸ਼ਾਹ ਦੀ ਆਪਣੀ ਹੱਥ ਦੀ ਲਿਖੀ ਕੁਰਾਨ ਆ। 300 ਸਾਲ ਦਾ ਇਹਦਾ ਪੀਰੀਅਡ ਹੈ ਜੀ। ਔਰ ਇਹ ਅਰਬੀ ਭਾਸ਼ਾ ਦੇ ਵਿੱਚ ਲਿਖੀ ਗਈ ਜੀ। ਓਰੀਜਨਲ ਹੈਂਡਮੇਡ ਪੇਪਰ ਹੈ ਜੀ। ਤੇ ਅਰਬੀ ਦੇ ਵਿੱਚ ਇਹ ਕੰਪਲੀਟ ਕੁਰਾਨ ਮੇਰੇ ਕੋਲ ਆ। ਇਹਦਾ ਮਤਲਬ ਉਹ ਵਿਦਵਾਨ ਸੀ ਬੰਦਾ? ਹਾਂਜੀ, ਹੈ ਨਾ, ਵਿਦਵਾਨ ਸੀ ਆਪਣੇ ਧਰਮ 'ਚ, ਮਤਲਬ ਉਹਨੂੰ ਆਪਣੇ ਧਰਮ ਫੈਲਾਉਣ ਦਾ ਸੀ ਵੀ ਮੈਂ ਆਪਣਾ ਧਰਮ ਫੈਲਾਉਣਾ, ਪਰ ਉਹ ਸਰਕਾਰੀ ਖਜ਼ਾਨੇ 'ਚੋਂ ਨਾ ਖਾ ਕੇ ਆਪਣੇ ਹੱਥ ਨਾਲ ਕਿਰਤ ਕਰਕੇ ਉਹ ਕੁਰਾਨ ਲਿਖ ਕੇ ਉਹਨੂੰ ਸੇਲ ਕਰਕੇ ਉਹਨਾਂ ਰੋਟੀ ਖਾਂਦਾ ਸੀ। ਬਹੁਤ ਚੰਗਾ ਗੁਣ ਸੀ, ਬਹੁਤ ਵੱਡਾ ਗੁਣ ਸੀ। ਉਹਦਾ ਇੱਕ ਅਲੱਗ ਗੁਣ ਸੀ, ਜਿਵੇਂ ਕਹਿ ਲਓ ਜੀ। ਹੁਣ ਇਹ ਜਿਹੜੀ ਇਹ ਕਿਤਾਬ ਹੈ ਇਹ ਜੋਤਿਸ਼ ਦੇ ਉੱਤੇ ਹੈ। ਜੋਤਿਸ਼ ਦੇ? ਹਾਂਜੀ, ਜੋਤਿਸ਼ ਦੇ ਉੱਤੇ ਫਾਰਸੀ ਭਾਸ਼ਾ 'ਚ ਜੀ। ਤੇ ਉਸ ਤੋਂ ਅੱਗੇ ਤੁਸੀਂ ਆ ਜਾਓ, ਇਹ ਹੈਗੀ ਜੀ ਕਿੱਸਾ ਯੂਸਫ ਜ਼ੁਲੈਖਾਂ। ਯੂਸਫ ਜ਼ੁਲੈਖਾਂ? ਯੂਸਫ ਜ਼ੁਲੈਖਾਂ ਦਾ ਇਤਿਹਾਸ ਜ਼ਿਕਰ ਆਉਂਦਾ ਇਹ। ਹਾਂਜੀ, ਪਰ ਇਹ ਯੂਸਫ ਜ਼ੁਲੈਖਾਂ ਦੀ ਕਹਾਣੀ ਫਾਰਸੀ ਦੇ ਵਿੱਚ ਹੈ ਜੀ। ਉਸ ਤੋਂ ਅੱਗੇ ਆ ਜਾਂਦੇ ਆਪਾਂ, ਤੇ ਇਹ ਕੁਰਾਨ ਹੈ। ਇਹ ਕੁਰਾਨ ਦਾ ਪੀਰੀਅਡ ਜਿਹੜਾ 400 ਸਾਲ ਤੋਂ ਉੱਪਰ ਹੈ ਜੀ। ਇਹਦੇ 'ਚ ਖਾਸ ਗੱਲ ਕੀ ਹੈ ਕਿ ਅਰਬੀ 'ਚ ਕੁਰਾਨ ਲਿਖੀ ਹੋਈ ਹੈ, ਪਰ ਉਸ ਤੋਂ ਬਾਅਦ ਅੱਜ ਤੋਂ 100-150 ਸਾਲ ਪਹਿਲਾਂ ਕਿਸੇ ਨੇ ਉਰਦੂ ਦੇ ਵਿੱਚ ਇਹਦੀ ਸਾਰੀ ਟ੍ਰਾਂਸਲੇਸ਼ਨ ਕੀਤੀ। ਹਰਨੇਕ ਮਾੜਾ ਜਿਹਾ ਜ਼ੂਮ ਕਰਕੇ ਦਿਖਾਈਆਂ ਜਿਹੜੇ ਕਾਲੇ ਅੱਖਰ ਨੇ। ਇਹ ਕਾਲੇ ਅੱਖਰ ਜਿਹੜੇ ਆ ਇਹ ਅਰਬੀ ਦੇ ਆ ਜੀ। ਉਹਦੇ ਥੱਲੇ ਜਿਹੜੇ ਫਿੱਕੀ ਲਾਈਨ ਹੈ ਇਹ ਇੰਕ ਦੇ ਨਾਲ ਉਹਦੀ ਬਾਅਦ 'ਚ ਉਰਦੂ 'ਚ ਟ੍ਰਾਂਸਲੇਸ਼ਨ ਕੀਤੀ ਗਈ, ਤਰਜਮਾ ਕੀਤਾ ਗਿਆ ਵੀ ਉਹਦਾ ਅਰਥ ਕੀ ਹੈ। ਸਧਾਰਨ ਭਾਸ਼ਾ ਟੀਕਾ ਕਹਿ ਦਿੰਦੇ ਆ ਜੀ, ਟੀਕਾ ਅਰਥ ਕਹਿ ਦਿੰਦੇ ਆ। ਇਹ ਕੁਰਾਨ ਅਰਥਾਂ ਦੇ ਨਾਲ ਆ। ਤੇ ਲਿਖਾਈ ਦੇਖੋ ਕਿੱਡੀ ਸੋਹਣੀ ਸੀ, ਹੱਥ ਨਾਲ ਲਿਖੇ ਨੇ। ਹੁਣ ਇੱਕ ਤੁਸੀਂ ਨਲ ਦਮਯੰਤੀ ਸੁਣਿਆ ਹੋਵੇਗਾ ਜੀ, ਇੰਡੀਆ ਦੇ ਪਾਰਟ ਆਪਣੀ ਹਿਸਟੋਰੀਕਲ ਕਾਲੀਦਾਸ ਉਹਨਾਂ ਨੇ ਲਿਖਿਆ ਨਲ ਦਮਯੰਤੀ। ਇਹ ਫਾਰਸੀ ਭਾਸ਼ਾ 'ਚ ਨਲ ਦਮਯੰਤੀ ਹੈ, ਕਿੱਸਾ ਨਲ ਦਮਯੰਤੀ ਦਾ ਫਾਰਸੀ ਦੇ ਵਿੱਚ। ਇੱਕ ਮੈਥੋਂ ਗੱਲ ਹੋਰ ਸਿੱਖਣ ਨੂੰ ਮਿਲਦੀ ਆ। ਹਾਂਜੀ, ਭਾਸ਼ਾ ਕਿਸੇ ਇੱਕ ਧਰਮ ਦੀ ਨਹੀਂ ਹੁੰਦੀ। ਬਿਲਕੁਲ ਜੀ, ਭਾਸ਼ਾ ਮੁਹਤਾਜ ਨਹੀਂ ਹੁੰਦੀ। ਉਹਨੂੰ ਤੁਸੀਂ ਉਸ ਭਾਸ਼ਾ ਦੇ ਵਿੱਚ ਕੁਝ ਵੀ ਲਿਖ ਕੇ ਵਿਅਕਤ ਕਰ ਸਕਦੇ ਹੋ, ਕਿਸੇ ਵੀ ਚੀਜ਼ ਨੂੰ ਡਿਸਕ੍ਰਾਈਬ ਕਰ ਸਕਦੇ ਹੋ, ਸਾਂਝੀ ਕਿਸੇ ਨੂੰ ਵੀ ਸਾਂਭ ਸਕਦੇ ਹੋ ਜੀ। ਨਲ ਦਮਯੰਤੀ ਦਾ ਕਿੱਸਾ ਤੇ ਲਿਖਾਈ ਦੀ ਗੱਲ ਕਰ ਰਹੇ ਸੀ ਫਾਰਸੀ ਤੋਂ। ਕਿੰਨੀ, ਇਹ ਸਾਰਾ ਹੈਂਡਮੇਡ ਪੇਪਰ ਹੈ ਜੀ। ਹੈਂਡਮੇਡ ਪੇਪਰ ਤੇ ਕਲਮ ਨਾਲ ਲਿਖਿਆ ਗਿਆ। ਫਿਰ ਇਹ ਉਹਨਾਂ ਦਾ ਪਿਆਰ ਝਲਕਦਾ, ਜਿਹੜਾ ਲਿਖਣ ਵਾਲਾ ਬੰਦਾ, ਜਿਹੜਾ ਕੈਲੀਗ੍ਰਾਫਰ ਆ, ਵੀ ਉਹਦੀ ਲਗਨ ਸੀ ਵੀ ਉਹਦੇ ਵਿੱਚ ਉਹਨੇ ਇੰਕ ਦੀਵਾਰ 'ਚੋਂ ਲੈਂਦਾ ਸੀ, ਕਲਮ ਨਾਲ ਡੁਬੋ ਕੇ ਜਦੋਂ ਖਤਮ ਹੁੰਦਾ ਸੀ ਅਸੀਂ ਦੁਬਾਰਾ ਡੁਬੋਨੇ ਆ, ਪਰ ਕਿਤੇ ਵੀ ਤੁਹਾਨੂੰ ਨਜ਼ਰ ਨਹੀਂ ਆ ਰਿਹਾ ਕਿ ਕਿਤੇ ਸਿਆਹੀ ਫਿੱਕੀ ਹੋਈ ਹੋਵੇ ਤੇ ਦੁਬਾਰਾ ਡੋਬਾ ਲਿਖਿਆ ਤੇ ਉਹਦੇ 'ਚ ਜ਼ਿਆਦਾ ਇੰਕ ਪੈ ਗਈ ਹੋਵੇ। ਮਤਲਬ ਉਹਦੀ ਕੰਟੀਨਿਊਟੀ ਰਹਿੰਦੀ ਹੈ। ਫਿਰ ਉਹ ਬੰਦਾ ਅੱਕਿਆ ਨਹੀਂ, ਥੱਕਿਆ ਨਹੀਂ। ਆਪਾਂ 10-20 ਪੰਨੇ ਲਿਖ ਕੇ ਥੱਕ ਜਾਂਦੇ ਆ, ਸਾਡੀ ਲਾਈਨ ਵਿੰਗੀ ਹੋਣੀ ਸ਼ੁਰੂ ਹੋ ਜਾਂਦੀ ਹੈ, ਟੇਢੀ ਹੋਣੀ ਸ਼ੁਰੂ ਹੋ ਜਾਂਦੀ ਹੈ ਜੀ। ਲਿਖਾਈ ਖਰਾਬ ਹੋ ਜਾਂਦੀ ਵੀ ਕਦੋਂ ਇਹ ਮੁੱਕੇ, ਆਪਾਂ ਫਾਹਾ ਵੱਢਣਾ ਸ਼ੁਰੂ ਕਰ ਦਿੰਦੇ ਆ। ਅੱਕ ਜਾਂਦਾ। ਜੇ ਅਸੀਂ 3 ਘੰਟੇ ਦਾ ਪੇਪਰ ਦੇਣ ਵੀ ਜਾਈਏ ਨਾ, ਉਹਦੇ ਵਿੱਚ ਵੀ ਅਸੀਂ 5-10 ਸੀਟਾਂ ਭਰਨ ਤੋਂ ਬਾਅਦ ਅਖੀਰਲੇ ਅਸੀਂ ਫਟਾਫਟ ਕਾਹਲੀ ਕਰਦੇ ਵੀ ਹੁਣ ਇਹਨੂੰ ਖਤਮ ਕਿੱਦਾਂ ਕਰੀਏ। ਪਰ ਉਹਨਾਂ ਨੇ ਇਹ ਕਈ ਸਾਲ ਲਾ ਕੇ ਗ੍ਰੰਥ ਲਿਖੇ ਜੀ, ਸੈਂਕੜੇ ਪੇਜਸ, ਹਜ਼ਾਰਾਂ ਪੰਨਿਆਂ ਦੇ ਗ੍ਰੰਥ ਵੀ ਆ। ਤੇ ਉਹ ਕਿੰਨੀ ਉਹਨਾਂ ਦੀ ਲਗਨ ਸੀ, ਕਿੰਨਾ ਪਿਆਰ ਸੀ ਉਹਨਾਂ ਦਾ ਉਸ ਚੀਜ਼ ਨਾਲ ਜੀ। ਇਹ ਉਹ ਤੋਂ ਬਿਨਾਂ ਲਿਖੀ ਨਹੀਂ ਜਾ ਸਕਦੀ। ਬਿਲਕੁਲ, ਇੱਕ ਮੈਂ ਕਹਿੰਦਾ ਸ਼ਰਧਾ ਤੋਂ ਬਿਨਾਂ ਵੀ ਨਹੀਂ ਲਿਖੀ, ਉਸ ਤੋਂ ਬਿਨਾਂ ਨਹੀਂ ਲਿਖੀ ਜਾ ਸਕਦੀ ਜੀ। ਇੱਦਾਂ ਹੀ ਕਿੱਸਾ ਮੁਸੰਨਵੀ ਹੈ ਜੀ, ਇਹ ਮੌਲਵੀ ਮੁਸੰਨਵੀ ਦੀ ਹੈਗੀ ਹੈ ਜੀ। ਹਦਾਇਤਾਂ ਇਹ ਵੀ ਫਾਰਸੀ ਦੇ ਵਿੱਚ ਆ, ਬਹੁਤ ਬਰੀਕ ਕਲਮ ਦੀ ਲਿਖਾਈ ਹੈ, ਬਹੁਤ ਪੁਰਾਣਾ ਪੇਜ ਹੈ ਜੀ। ਇਹਦਾ 400 ਸਾਲ ਦਾ ਪੀਰੀਅਡ ਹੈ ਜੀ। ਇਹ ਸ਼ਾਈ ਵੀ ਬਹੁਤ ਖਾਸ ਕਿਸਮ ਦੀ ਹੁੰਦੀ ਹੋਊਗੀ ਜੋ ਖਰਾਬ ਨਹੀਂ ਹੋਈ ਹਜੇ ਤੱਕ। ਇੰਕ ਜਿਹੜੀ ਆ ਉਹਦੇ ਕਈ ਪੁਰਾਣੇ ਗ੍ਰੰਥਾਂ 'ਚ ਸਾਨੂੰ ਮਿਲਦਾ ਕਿ ਸਿਆਹੀ ਕੀ ਵਿਧੀ, ਐਂਡ ਦੇ ਵਿੱਚ ਲਿਖਿਆ ਹੁੰਦਾ ਸਿਆਹੀ ਕੀ ਵਿਧੀ ਕੀ ਹੈ ਜੀ। ਇਹਦੇ ਵਿੱਚ ਔਲੇ ਪਾਣੇ ਆ, ਕੀ ਚੀਜ਼ ਪਾ ਕੇ ਉਹਨੂੰ ਧੁੱਪੇ ਰੱਖਣਾ, ਫਿਰ ਉਹਨੂੰ ਛਾਨਣਾ, ਕੱਪੜ ਛਾਣ ਕਰਕੇ ਫਿਰ 40 ਦਿਨ ਧੁੱਪ ਲਵਾਉਣੀ, ਫਿਰ ਉਹਦੇ 'ਚ ਸੋਨਾ ਵੀ ਮਿਕਸ ਕੀਤਾ ਜਾਂਦਾ ਸੀ ਤਾਂ ਕਿ ਉਹ ਲਿਖਾਈ ਜਿਹੜੀ ਸ਼ਾਈਨਿੰਗ ਉਹਦੀ ਉੱਦਾਂ ਹੀ ਰਹਿੰਦੀ ਹੈ। ਤੇ ਉਹ ਮਤਲਬ ਇੱਕ ਇਹ ਘਾਲਣਾ ਹੀ ਹੈ, ਇੱਕ ਤਪੱਸਿਆ ਵਾ। ਇੱਕ ਗ੍ਰੰਥ ਸਾਨੂੰ ਪੜ੍ਹਨ ਨੂੰ ਮਿਲ ਗਿਆ ਤੇ ਅਸੀਂ ਰੱਖ ਲਿਆ, ਪਰ ਇਹਨੂੰ ਲਿਖਣ 'ਚ ਉਸ ਬੰਦੇ ਦੀ ਕਿੰਨੀ ਮਿਹਨਤ ਆ ਵੀ ਜਦੋਂ ਉਹਨੇ ਹੈਂਡਮੇਡ, ਉਸ ਜ਼ਮਾਨੇ 'ਚ ਹੈਂਡਮੇਡ ਪੇਪਰ ਪੈਦਾ ਕੀਤਾ ਜੀ। ਉਹਦੀ ਬਾਈਂਡਿੰਗ ਜਿਹੜੀ ਆ ਦੇਖੋ, ਤਿੱਲੇ ਦੇ ਨਾਲ ਸਿਲਾਈ ਕੀਤੀ ਗਈ। ਹਾਂ, ਸਿਲਾਈ ਕੀਤੀ, ਹਾਂਜੀ, ਓਰੀਜਨਲ ਬਾਈਂਡਿੰਗ ਹੈ, ਠੀਕ ਹੈ ਜੀ। ਜਲਦ ਚੜਾਈ ਗਈ ਹੈ ਨਾ ਉੱਤੇ, ਫਿਰ ਲੈਦਰ ਦੀ ਚਮੜੇ ਦੀ ਜਲਦ ਹੈ, ਉੱਤੇ ਕੱਪੜਾ ਚੜਾਇਆ ਗਿਆ, ਥੱਲੇ ਚਮੜਾ ਵਾ। ਤੇ ਉਹਨੂੰ ਮਤਲਬ ਕਿੰਨੀ ਜ਼ਿਆਦਾ ਉਹ ਲਿਖਣ ਦੀ ਤਾਂ ਉਸ ਤੋਂ ਬਾਅਦ
ਨੰਬਰ ਆਇਆ ਨਾ ਜਦੋਂ ਉਹਨੇ ਲਿਖਿਆ, ਮਤਲਬ ਇਹ ਕਿੰਨੀ ਘਾਲਨਾ ਨਾਲ ਇੱਕ ਗ੍ਰੰਥ ਲਿਖਿਆ ਜਾਂਦਾ ਸੀ, ਕਿਉਂਕਿ ਉਦੋਂ ਨਾ ਫੋਟੋਸਟੇਟ ਸੀ, ਨਾ ਕੰਪਿਊਟਰ, ਨਾ ਸਕੈਨਰਸ, ਨਾ ਪ੍ਰਿੰਟਰਸ। ਉਦੋਂ ਇੱਕ ਗ੍ਰੰਥ ਲਿਖਿਆ ਜਾਂਦਾ ਸੀ, ਜਦੋਂ ਇਹ ਬਿਰਧ ਹੋ ਜਾਂਦਾ ਸੀ ਤੇ ਫਿਰ ਇੱਕ ਗ੍ਰੰਥ ਅੱਗੇ ਰੱਖ ਕੇ ਉਹਦਾ ਉਤਾਰਾ ਕੀਤਾ ਜਾਂਦਾ ਸੀ। ਉਤਾਰਾ ਕਰਨ ਤੋਂ ਬਾਅਦ ਫਿਰ ਜਿਵੇਂ ਆਪਾਂ ਕੋਈ ਚੀਜ਼ ਟਾਈਪ ਕਰਦੇ ਹਾਂ, ਪ੍ਰੂਫ ਰੀਡਿੰਗ ਹੁੰਦੀ ਆ, ਆਪਾਂ ਉਹਦਾ ਇੱਕ ਪ੍ਰਿੰਟ ਆਊਟ ਲੈ ਕੇ ਆਪਾਂ ਪ੍ਰੂਫ ਰੀਡਿੰਗ ਕਰਦੇ, ਕਿਤੇ ਕੋਈ ਮਿਸਟੇਕ ਹੈ ਤਾਂ ਉਹਨੂੰ ਕਰੈਕਟ ਕਰ ਲਓ। ਗੁਰੂ ਤੋਂ ਕਰਵਾਉਂਦੇ ਹੋਣਗੇ। ਅੱਜ ਕੱਲ੍ਹ ਅਸੀਂ ਟਾਈਪ ਕਰਕੇ ਜਿਵੇਂ ਉੱਤੇ ਫਲੂਟ ਲਾਉਂਦੇ ਸੀ ਜੀ, ਇਹਦੇ ਵਿੱਚ ਵੀ ਇਦਾਂ ਹੀ ਆ। ਇਹਨੂੰ ਦੁਬਾਰਾ ਜਦੋਂ ਸੋਧ ਕੀਤੀ ਜਾਂਦੀ ਆ, ਆਹ ਅੱਖਰ ਜੇ ਇੱਕ ਲਗ ਮਾਤਰ ਗਲਤ ਉਹਦੇ ਕੋਲ ਪੈ ਗਈ ਤਾਂ ਉਹਨੇ ਉੱਤੇ ਯੈਲੋ ਕਲਰ ਦੀ ਇੰਕ ਲਾਉਣੀ ਆ, ਉਹਨੂੰ ਸੋਧਣਾ। ਜਾਂ ਫਿਰ ਇਹਦੇ ਵਿੱਚ ਫੁੱਟ ਨੋਟ ਦਿੱਤੇ ਜਾਂਦੇ ਸੀ ਵੀ ਕਿੱਥੇ ਕਿਸੇ ਕੋਲੋਂ ਗਲਤੀ ਹੋਈ, ਉਹਨੂੰ ਠੀਕ ਕੀਤਾ। ਹਾਂ, ਤੇ ਮਤਲਬ ਇਹ ਬਹੁਤ ਤਪੱਸਿਆ ਦਾ ਕੰਮ ਸੀ, ਸਾਧਨਾ ਦਾ ਕੰਮ ਸੀ। ਆ ਹੁਣ ਜਿਵੇਂ ਇਹ ਗ੍ਰੰਥ ਆ, ਇਹਦੇ ਵਿੱਚ ਕਲਾਕਾਰ ਨੇ ਉਹਦੀ ਪੂਰੀ ਬਾਰਡਰ ਬਣਾਇਆ ਜੀ, ਬਾਰਡਰ ਬਣਾ ਕੇ ਉਹਦੇ 'ਚ ਨੈਚੁਰਲ ਇੰਕ ਆ, ਕੁਦਰਤੀ ਰੰਗ ਜਿਹੜੇ ਆ ਜੀ ਉਹ ਭਰੇ। ਹੁਣ ਜੇ ਇਹ ਦੇਖਿਆ ਜਾਵੇ ਤਾਂ ਸਿੱਖੀਜ਼ਮ ਦਾ 10 ਗ੍ਰੰਥੀ ਆ। ਇਹ ਕਿਹੜਾ ਨਾ ਕੀ ਨਾ ਸੀ? ਇਹ ਸਿੱਖਾਂ ਦੀ 10 ਗ੍ਰੰਥੀ ਹੈਗੀ ਜੀ ਪੋਥੀ, ਜਿਹਦੇ ਵਿੱਚ ਨਿਤਨੇਮ ਦੀਆਂ ਬਾਣੀਆਂ ਤੋਂ ਇਲਾਵਾ ਵੀ ਹੋਰ ਵੀ ਬਾਣੀਆਂ, ਤੇ ਇਹ ਉਹਦੇ ਨਾਲ ਹੀ ਆ ਰਹੀ ਹੈ। ਤੇ ਇਹ ਹਨੂੰਮਾਨ ਨਾਟਕ ਹੈ। ਹੁਣ ਹੈ ਦੋਨੋਂ ਗੁਰਮੁਖੀ ਦੇ ਆ, ਇਹ ਸਿੱਖੀਜ਼ਮ ਦਾ, ਪਰ ਇਹ ਹਨੂੰਮਾਨ ਨਾਟਕ ਹਿੰਦੂਇਜ਼ਮ ਦਾ ਗ੍ਰੰਥ ਹੈ ਇੱਕ ਪੰਜਾਬੀ 'ਚ। ਹਾਂਜੀ, ਗੁਰਮੁਖੀ ਦੇ ਵਿੱਚ ਹਨੂੰਮਾਨ ਨਾਟਕ ਹੈ। 300 ਸਾਲ ਇਹਦਾ ਪੀਰੀਅਡ ਆ ਜੀ। ਇਹ ਅਲੱਗ-ਅਲੱਗ ਕਲਮਾਂ, ਅਲੱਗ-ਅਲੱਗ ਲਿਖਣ ਦਾ ਤਰੀਕਾ, ਅਲੱਗ-ਅਲੱਗ ਬਾਰਡਰ, ਹਾਂਜੀ ਸ਼ੈਲੀ ਦੀ ਅਲੱਗ-ਅਲੱਗ, ਵੀ ਉਹਨਾਂ ਲੋਕਾਂ ਨੇ ਕਿੰਨੇ ਸਾਲ ਪਹਿਲਾਂ ਇਹ ਚੀਜ਼ਾਂ ਲਿਖੀਆਂ, ਤੇ ਇਹ ਸਾਡੇ ਲਈ ਇੱਕ ਰੈਫਰੈਂਸ ਬੁੱਕਸ ਦਾ ਕੰਮ ਕਰਦੀਆਂ ਵੀ ਅਸੀਂ ਇਹਨੂੰ ਟੈਲੀ ਕਰ ਸਕਦੇ ਹਾਂ। ਤੇ ਅੱਜ ਜਿਹੜੇ ਗ੍ਰੰਥ ਪ੍ਰਿੰਟਿੰਗ 'ਚ ਸਾਨੂੰ ਮਿਲ ਰਹੇ ਆ, 300 ਸਾਲ ਪਹਿਲਾਂ, 200 ਸਾਲ ਪਹਿਲਾਂ, 400 ਸਾਲ ਪਹਿਲਾਂ ਉਹਨਾਂ ਗ੍ਰੰਥਾਂ ਦੇ ਵਿੱਚ ਕੋਈ ਕੀ ਲਿਖਾਈ ਸੀ, ਕੋਈ ਚੇਂਜਸ ਤਾਂ ਨਹੀਂ ਹੋਈਆਂ। ਇਹ ਸਾਨੂੰ ਰੈਫਰੈਂਸ ਲਈ ਬਹੁਤ ਜ਼ਰੂਰੀ ਹੈ। ਤੇ ਇੱਕ ਜਿਵੇਂ ਹੁਣ ਅੱਖਰ ਜੁੜੇ ਹੁੰਦੇ ਆ ਸਾਰੇ, ਹਾਂਜੀ, ਇਹ ਲੜੀਵਾਰ ਹੈ ਜੀ, ਬਿਨਾਂ ਸਪੇਸ ਤੋਂ, ਪਦ ਛੇਦ ਤੋਂ ਬਿਨਾਂ ਕਿਹਾ ਜਾਂਦਾ ਇਹਨੂੰ ਲੜੀਵਾਰ ਲਿਖਣਾ, ਜਿਹਦੇ 'ਚ ਪਦ ਛੇਦ, ਜਿਹਦੇ 'ਚ ਸਪੇਸ ਨਹੀਂ ਹੈ। ਇਹਨੂੰ ਜਿਹਦੀ ਪ੍ਰੈਕਟਿਸ ਹੈ, ਜਿਹਨੂੰ ਕੰਠ ਹੈ ਬਾਣੀ, ਉਹ ਇਹ ਤੋਂ ਈਜ਼ੀਲੀ ਪੜ੍ਹ ਸਕਦਾ, ਉਹਨੂੰ ਪਤਾ ਹੋਊਗਾ ਮੈਂ ਕਿੱਥੇ ਸਪੇਸ ਦੇਣੀ ਹੈ। ਤਾਈਓ ਕਹਾਵਤਾਂ ਬਣੀਆਂ ਗੁਰੂ। ਜਿਹੜੇ ਲੋਕੀ ਸੰਥਿਆ ਲੈਂਦੇ ਸੀ, ਪਹਿਲਾਂ ਸੰਥਿਆ ਲਿੱਤੀ ਜਾਂਦੀ ਸੀ ਬਕਾਇਦਾ, ਡੇਰਿਆਂ ਦੇ ਵਿੱਚ ਸੰਥਿਆ ਹੁੰਦੀ ਸੀ, ਉਹ 'ਚ ਗੁਰਬਾਣੀ ਪੜ੍ਹਨ ਦਾ ਤਰੀਕਾ, ਸ਼ੁੱਧ ਬਾਣੀ ਉਚਾਰਨ ਦਾ, ਵੀ ਸ਼ੁੱਧ ਕਿੱਦਾਂ ਪੜ੍ਹਨਾ, ਕਿੱਥੇ ਸਪੇਸ ਦੇਣੀ ਹੈ, ਇਹ ਉਹਦਾ ਇੱਕ ਜਿੰਦਾ ਜਾਗਦਾ ਸਬੂਤ ਆ ਸਾਡੇ ਕੋਲ। ਬੱਕੇ ਪੜ੍ਹਨਾ ਵੀ ਇੱਕ ਤਕਨੀਕ ਸੀ। ਹਾਂਜੀ, ਬਿਲਕੁਲ। ਹੁਣ ਇਹ ਗੁਰਮੁਖੀ ਦੇ ਵਿੱਚ ਗ੍ਰੰਥ ਹੈ ਜੀ, ਇਹ ਤੁਲਸੀਦਾਸ ਦੀ ਲਿਖੀ ਹੋਈ ਰਮਾਇਣ ਹੈ ਪੰਜਾਬੀ ਦੇ ਵਿੱਚ। ਅੱਛਾ, ਰਮਾਇਣ। ਹਾਂਜੀ, ਗੁਰਮੁਖੀ ਦੇ ਵਿੱਚ ਰਮਾਇਣ ਆ, ਤੁਲਸੀ ਰਮਾਇਣ। ਤੁਲਸੀ ਰਮਾਇਣ ਇਹਦੇ ਵਿੱਚ ਜਿਵੇਂ ਲਿਖਿਆ ਨੇ, ਇਹ ਸ਼੍ਰੀ ਰਾਮਚਰਿਤ ਮਾਨਸ ਹੈ। ਰਾਮਚਰਿਤ ਮਾਨਸ ਜਿਹੜਾ ਤੁਲਸੀਦਾਸ ਨੇ ਲਿਖਿਆ ਸੀ, ਇਹ ਤੁਲਸੀਦਾਸ ਦੀ ਰਮਾਇਣ ਗੁਰਮੁਖੀ 'ਚ ਹੈ, ਔਰ ਇਹ ਕੰਪਲੀਟ ਹੈ ਜੀ, ਸਾਰੀ ਪੰਜਾਬੀ 'ਚ ਲਿਖੀ ਹੋਈ, ਇਹ ਕੰਪਲੀਟ ਹੈ। ਗੁਰਮੁਖੀ ਸਕ੍ਰਿਪਟ ਹੈ ਇਹਦੀ ਜੀ, ਲਿਪੀ ਗੁਰਮੁਖੀ ਹੈ। ਇਹ ਮੈਂ ਇੱਕ ਦੇਖਿਆ ਵੀ ਸਾਰੇ ਗ੍ਰੰਥ ਇੱਕੋ ਥਾਂ ਨੇ। ਹਾਂਜੀ, ਇਹ ਕਦੇ ਵੀ ਇੱਕ ਦੂਜੇ ਦੇ ਇਤਰਾਜ਼ ਨਹੀਂ ਕਰਦੇ ਹੋਣੇ। ਹਾਂ, ਇਹਨਾਂ ਨੂੰ ਦੇਖੋ ਇੱਕ ਥਾਂ ਤੇ ਪਏ, ਕਦੀ ਲੜਦੇ ਨਹੀਂ, ਇਹ ਲੜਦੇ। ਇਹ ਗੀਤਾ ਤੇ ਗੁਰੂ ਗ੍ਰੰਥ ਸਾਹਿਬ ਇਕੱਠੇ ਪਏ ਰਹਿੰਦੇ ਆ, ਇਹਨਾਂ 'ਚ ਲੜਾਈ ਨਹੀਂ ਹੋਈ ਕਦੀ। ਇਹ ਗੱਲਾਂ ਕਰਦੇ ਹੋਣਗੇ ਕਿਤੇ ਨਾ ਕਿਤੇ ਵੀ ਯਾਰ ਉਹ ਕੀ ਕਰੀ ਜਾਂਦੇ ਆ। ਹਾਂਜੀ, ਹੁਣ ਇਹ ਦੇਖੋ, ਇਹ ਜੈਮਿਨੀ ਰਿਸ਼ੀ ਦਾ ਲਿਖਿਆ ਹੋਇਆ ਅਸ਼ਵਮੇਧ ਗ੍ਰੰਥ ਹੈ ਜੀ। ਗੁਰਮੁਖੀ ਦੇ ਵਿੱਚ ਜੈਮਿਨੀ ਰਿਸ਼ੀ ਦਾ ਅਸ਼ਵਮੇਧ ਗ੍ਰੰਥ ਹੈ ਜੀ। ਅਸ਼ਵਮੇਧ ਜਿਹੜਾ ਜਿਵੇਂ ਯੱਗ ਚੱਲਿਆ ਸੀ, ਅਸ਼ਵਮੇਧ ਘੋੜਾ, ਮੈਨੂੰ ਹਾਂਜੀ, ਉਹ ਅਸ਼ਵਮੇਧ ਦਾ ਯੱਗ ਸੀਗਾ ਕੀਤਾ ਗਿਆ, ਪਰ ਇਹ ਅਸ਼ਵਮੇਧ ਇੱਕ ਗ੍ਰੰਥ ਹੈ ਜਿਹੜਾ ਰਿਸ਼ੀ ਜੈਮਨੀ ਦਾ ਲਿਖਿਆ ਹੋਇਆ ਗੁਰਮੁਖੀ ਦੇ ਵਿੱਚ ਜੀ। ਹਾਂ, ਇਹ ਵੀ ਗੁਰਮੁਖੀ ਜ਼ੁਬਾਨ ਦੇ ਵਿੱਚ ਦੇਖਣ ਨੂੰ, ਇਹ ਤੁਹਾਨੂੰ ਐਡੇ ਵੱਡੇ ਸਾਈਜ਼ 'ਚ ਦੂਰੋਂ ਦੇਖਣ ਨੂੰ ਇਹ ਲੱਗੇਗਾ ਜਿਵੇਂ ਗੁਰੂ ਗ੍ਰੰਥ ਸਾਹਿਬ ਦੀ ਭੀੜ। ਮਾੜਾ ਜਿੱਦਾਂ ਬੰਦ ਕਰਕੇ ਥੋੜਾ ਜਿਹਾ ਦਿਖਾ ਸਕਦੇ ਕੈਮਰੇ ਤੇ ਵੀ ਕਿਸ ਤਰੀਕੇ ਦੀ ਲੁੱਕ ਹੈ ਇਹਦੀ। ਹਾਂਜੀ, ਹਾਂ, ਇਸ ਦੀ ਜਲਦ ਚੜਾਈ ਹੋਈ ਹੈ, ਬਾਈਂਡਿੰਗ ਹੈ ਜੀ, ਉਸ ਸਮੇਂ ਦੀ ਹੋਈ ਹੈ, ਜਲਦ ਚੜਾਈ ਹੋਈ ਹੈ। ਜਲਤ ਸਾਜ ਵੀ ਉਸ ਸਮੇਂ ਮਿਹਨਤ ਵਾਲਾ ਕੰਮ ਸੀ। ਉੱਤੇ ਚਮੜੇ ਦੀ ਜਿਲਤ, ਉੱਤੇ ਕੱਪੜਾ ਉਹਨੂੰ ਬਚਾਉਣ ਲਈ ਲਾਇਆ ਗਿਆ। ਇਹ ਪੁਰਾਣੀ ਬਾਈਂਡਿੰਗ ਹੈ, ਓਰੀਜਨਲ ਬਾਈਂਡਿੰਗ 'ਚ ਜੀ। ਇੱਦਾਂ ਇਹਨੂੰ ਖੋਲ ਕੇ ਆਪਾਂ ਰੱਖ ਸਕਦੇ ਹਾਂ। ਤੇ ਜਿਹੜੀ ਆ ਥੱਲੇ ਤੁਸੀਂ ਨੂੰ ਆ ਲੱਕੜ ਦੱਸ ਰਹੀ, ਇਹਨੂੰ ਰੇਲ ਬੋਲਦੇ ਆ ਨਾ? ਹਾਂਜੀ, ਰੇਲ ਤੇ ਰੇਲ ਬੋਲਦੇ ਆ ਜੀ। ਬਹੁਤ ਖੂਬਸੂਰਤ ਤੇ ਪਵਿੱਤਰ ਚੀਜ਼ਾਂ। ਇੱਕ ਸਰ ਆਪ ਇੱਧਰ ਰਹਿ ਗਿਆ। ਹਾਂਜੀ, ਇਹ ਮੈਂ ਇਹ ਵੀ ਦਿਖਾ ਰਿਹਾ ਤੁਹਾਨੂੰ। ਇਹਦੇ ਵਿੱਚ ਇਹ ਕੰਪੈਰੀਜ਼ਨ ਤੁਸੀਂ ਕਰ ਸਕਦੇ ਹੋ ਕਿ ਇੱਕ ਆਮ ਗ੍ਰੰਥ ਦੇ ਮੁਕਾਬਲੇ ਇਹਦਾ ਸਾਈਜ਼ ਤੋਂ ਤੁਸੀਂ ਪਤਾ ਲੱਗ ਜਾਊਗਾ ਕਿ ਇਹ 2.5 ਇੰਚ ਬਾਈ 3.5 ਇੰਚ ਦਾ ਗ੍ਰੰਥ ਆ। ਇਹ ਹੱਥ ਲਿਖਤਾ ਵੀ? ਹਾਂਜੀ, ਜਿਹਦੇ ਵਿੱਚ ਤੁਸੀਂ ਹਾਸ਼ੀਆ ਛੱਡ ਦਿਓ ਤੇ 1 ਇੰਚ 'ਚ ਰਾਈਟਿੰਗ ਹੈ। 1 ਇੰਚ ਦੇ ਵਿੱਚ ਸਪੇਸ ਦੇ ਕੇ 7 ਲਾਈਨਾਂ ਲਿਖੀਆਂ ਗਈਆਂ ਗੁਰਮੁਖੀ ਦੇ ਵਿੱਚ। 1 2 3 4 5 6 7 ਲਾਈਨਾਂ। ਹਾਂਜੀ, ਫਿਰ ਇਹਦੇ ਵਿੱਚ ਕੀ ਖਾਸ ਗੱਲ ਹੈ ਵੀ ਇਹ ਇੰਨੀ ਕੁ ਛੋਟੀ ਜਿਹੀ ਦੇਖਣ ਨੂੰ ਲੱਗਦੀ ਹੈ। ਇਹਦੇ 450 ਪੇਜਿਸ ਹੈ ਜੀ, ਔਰ ਇਹਦੇ ਅਲੱਗ-ਅਲੱਗ ਅਧਿਆਏ ਜਿਹੜੇ ਆ, ਉਹ ਜਦੋਂ ਸਮਾਪਤ ਹੁੰਦਾ ਸੀ ਇੱਕ ਅਧਿਆਏ ਤੇ ਉਹ 'ਚ ਡੇਟ ਲਿਖੀ ਜਾਂਦੀ ਸੀ ਵੀ ਅੱਜ ਫਲਾਣੀ ਤਰੀਕ ਨੂੰ, ਫਲਾਣੇ ਮਹੀਨੇ ਨੂੰ, ਫਲਾਣੀ ਸੰਮਤ 'ਚ ਕੰਪਲੀਟ ਹੋਇਆ। ਇਹਦਾ ਜਿਹੜਾ ਪਹਿਲਾ ਅਧਿਆਏ ਆ ਉਹ ਸੰਮਤ 1726 'ਚ ਕੰਪਲੀਟ ਹੋਇਆ। ਸੰਮਤ 1726 ਦੇ ਵਿੱਚ 57 ਸਾਲ ਸੀ ਘਟਾਨੇ ਤੇ ਈਸਵੀ ਆ ਜੀ। ਹਾਂਜੀ, ਇਹ ਆ ਜਾਂਦਾ 1669। 1669 'ਚ ਇਹਦਾ ਪਹਿਲਾ ਅਧਿਆਏ ਖਤਮ ਹੋ ਰਿਹਾ, ਫਿਰ 1736, ਫਿਰ 1745, ਇਹਨੂੰ 29 ਸਾਲ ਲਿਖਣ ਨੂੰ ਲੱਗੇ। ਇਹ ਗੁਰੂ ਗੋਬਿੰਦ ਸਿੰਘ ਜੀ ਦੇ ਜਨਮ ਦੇ ਇਰਦ-ਗਿਰਦ ਦਾ ਵੇਲਾ। ਉਦੋਂ 3 ਸਾਲ ਦੇ ਸੀਗੇ ਜਦੋਂ ਦੇ। ਇਹਦੇ ਵਿੱਚ ਸਿੱਖ ਤੇ ਗੁਰੂ ਸਾਹਿਬ ਦੀ ਇੱਕ ਵਾਰਤਾ ਹੈ, ਸਵਾਲ ਜਵਾਬ ਜੀ, ਵੀ ਸਿੱਖਵਾਚ
ਸ਼੍ਰੀ ਗੁਰੂਵਾਚ। ਸਿੱਖ ਨੇ ਕੀ ਸਵਾਲ ਕੀਤਾ ਪੋਇਟਰੀ ਦੇ ਰੂਪ 'ਚ, ਕਵਿਤਾ ਦੇ ਰੂਪ 'ਚ, ਦੋਹਰੇ ਆ, ਚੌਪਈਆਂ ਵਾ। ਤੇ ਸਿੱਖ ਵਾਚ ਸਿੱਖ ਨੇ ਸਵਾਲ ਕੀਤਾ, ਗੁਰੂ ਸਾਹਿਬ ਨੇ ਅੱਗੋਂ ਕੀ ਜਵਾਬ ਦਿੱਤਾ। ਇਹ ਉਸ ਚੀਜ਼ ਦਾ ਵਾਰਤਾਲਾਪ ਹੈ। ਮਤਲਬ ਸ਼ਿਕਵੇ ਦੂਰ ਕੀਤੇ ਹੋਣਗੇ, ਗੋਸ਼ਟੀ, ਸ਼ੰਕਾ, ਕੋਈ ਕੁਐਸਚਨ ਕੀਤਾ, ਉਹਦਾ ਕੀ ਅਰਥ, ਗੁਰੂ ਸਾਹਿਬ ਨੇ ਕੀ ਜਵਾਬ ਦਿੱਤਾ। ਸਿੱਖ ਵਾਚ ਸ਼੍ਰੀ ਗੁਰੂਵਾਚ ਜੀ ਜੀ, ਇੱਕ ਗੁਰੂ ਤੇ ਸਿੱਖ ਦੇ ਵਾਰਤਾਲਾਪ। ਹਾਂਜੀ, ਇੱਦਾਂ ਹੀ ਇਹ ਆ ਜਾਓ ਜੀ। ਜੀ ਇਹ ਵੀ ਗੁਰਮੁਖੀ, ਹਾਂਜੀ, ਇਹ ਗੁਰਮੁਖੀ ਦੇ ਵਿੱਚ ਭਾਈ ਗੁਰਦਾਸ ਜੀ ਦੀਆਂ ਵਾਰਾਂ ਜੀ। ਜੀ ਭਾਈ ਗੁਰਦਾਸ, ਗਿਆਨ ਰਤਨਾਵਲੀ ਭਾਈ ਗੁਰਦਾਸ ਜੀ ਦੀਆਂ ਵਾਰਾਂ ਨੇ, ਇਹ ਗੁਰਮੁਖੀ ਦੇ ਵਿੱਚ ਇਹ ਸਾਰੀਆਂ 39 ਦੀਆਂ 39 ਹਾਂਜੀ, ਇਹ ਸਾਰੀ ਕੰਪਲੀਟ ਹੈ ਜੀ ਭਾਈ ਗੁਰਦਾਸ ਦੀਆਂ ਵਾਰਾਂ। ਇੱਕ ਲਾਲ ਅਕਸ਼ਰ ਲਿਖੇ ਨੇ, ਉਹ ਜਿੱਥੇ ਕੋਈ ਸ਼ਲੋਕ ਖਤਮ ਹੁੰਦਾ ਉੱਥੇ ਫਿਰ ਉਹਦਾ ਨੰਬਰ ਪਾ ਕੇ ਉਹਨੂੰ ਰੈੱਡ ਇੰਕ ਦੇ ਵਿੱਚ ਦਿੱਤਾ ਗਿਆ, ਚੌਪਈ, ਦੋਹਰਾ, ਉਹ ਸ਼ਲੋਕ। ਉਸ ਤੋਂ ਬਾਅਦ ਫਿਰ ਉਹ ਬਲੈਕ ਇੰਕ ਦੇ ਵਿੱਚ ਹੈ ਬਾਕੀ ਜੀ। ਅੱਗੇ ਆ ਜਾਂਦੇ ਆ ਜੀ। ਇਹ ਮਹਾਰਾਮਾਇਣ ਹੈ। ਮਹਾਰਾਮਾਇਣ ਜਿਹੜਾ ਕਿ 1700 ਇਹਦਾ ਪੀਰੀਅਡ ਹੈ ਜੀ, ਸੰਮਤ 1886 1829 ਦੀ ਇਹ ਲਿਖੀ ਹੋਈ ਹੈ। ਕਰੀਬ 200 ਸਾਲ ਪਹਿਲਾਂ ਇਹ ਲੁਧਿਆਣੇ ਜ਼ਿਲ੍ਹੇ 'ਚ ਹੀ ਕੋਈ ਇੱਕ ਸੀਗੇ ਜੀ ਸਰਦਾਰ ਜੀ, ਉਹਨਾਂ ਨੇ ਇਹ ਗ੍ਰੰਥ ਲਿਖਵਾਇਆ ਜੀ। ਇਹਦੇ ਉਹਨਾਂ ਨੇ ਪਹਿਲੇ ਪੇਜ ਦੇ ਉੱਤੇ ਇਹਦੇ ਬਾਰੇ ਲਿਖਿਆ ਕੁਛ, ਹਾਂਜੀ, ਲਾਗਤ ਗ੍ਰੰਥ ਦੀ ਵੀ ਕਾਗਜ਼ਾਂ ਦੇ ਕਿੰਨੇ ਪੈਸੇ ਲੱਗੇ, ਲੀਕਾਂ ਮਾਰਨ ਦੇ ਇੰਨੇ ਲੱਗੇ, 30 ਰੁਪਏ ਲਿਖਾਈ ਦੇ ਦਿੱਤੇ, ਕੁੱਲ ਜੋੜ 42 ਰੁਪਏ। 42 ਰੁਪਏ ਖਰਚਾ। 42 ਰੁਪਏ ਅੱਜ ਤੋਂ 200 ਸਾਲ ਪਹਿਲਾਂ, ਜਦੋਂ 10 ਰੁਪਏ ਦਾ 1 ਕਿੱਲਾ ਜ਼ਮੀਨ ਆ ਜਾਂਦੀ ਸੀ। ਲੁਧਿਆਣੇ 'ਚ 10 ਕਿੱਲਾ, 1 ਕਿੱਲਾ 10 ਰੁਪਏ ਦਾ ਹੁੰਦਾ ਸੀ 200 ਸਾਲ ਪਹਿਲਾਂ, ਸਰਕਾਰੀ ਮਾਲ ਮਹਿਕਮੇ ਦੇ ਰਿਕਾਰਡ ਦੇ ਮੁਤਾਬਕ। ਉਸ ਜ਼ਮਾਨੇ 'ਚ ਉਹਨੇ 4 ਕਿੱਲਿਆਂ ਜ਼ਮੀਨ ਦੇ ਪੈਸੇ ਗ੍ਰੰਥ ਲਿਖਾਉਣ 'ਤੇ ਲਾਤੇ। ਕਿੱਡੀ ਸ਼ਰਧਾ ਸੀ। ਹਾਂਜੀ, ਉਸ ਸ਼ਰਧਾ ਸੀ। ਫਿਰ ਉਸੇ ਬੰਦੇ ਨੇ ਨਾਲ ਆਪਣਾ ਸਾਰਾ ਲਿਖਿਆ ਵੀ ਕਿਹੜੀ ਸੰਮਤ ਨੂੰ ਇਹ ਹੋਇਆ। ਵੀ ਲਾਲਾ ਕਿਸ਼ਨ ਸਿੰਘ ਮਲਹੋਤਰਾ, ਉਹਨੇ ਸੰਮਤ 1886 'ਚ ਮਾਘ ਸੁਦੀ ਸਪਤਮੀ ਕੋ ਸਮਾਪਤ ਹੋਇਆ, ਪੰਡਤ ਹਰੀ ਕਿਸ਼ਨ ਚੋਖੇ ਲਾਲ ਪਾਸੋਂ, ਕੁੱਲ ਰਕਮ ਲਾਗਤ 42 ਰੁਪਏ ਜੋੜ। ਉਦੋਂ 42 ਰੁਪਏ, ਅੱਜ ਤੋਂ 200 ਸਾਲ ਪਹਿਲਾਂ ਉਹਨੇ 42 ਰੁਪਏ ਲਾ ਕੇ ਇਹ ਗ੍ਰੰਥ ਜਿਹੜਾ ਉਹ ਦੇਖੋ ਰਾਮਾਇਣ, ਇਹ ਮਹਾਰਾਮਾਇਣ, ਇਹ ਮਹਾਰਾਮਾਇਣ ਹੈ। ਇਹਦੇ ਵਿੱਚ ਵਾਰਤਾਲਾਪ ਸਾਰੀ ਦੱਸੀ ਹੈ ਜੀ। ਇਹ ਮਤਲਬ ਸਿੱਖ ਵੱਲੋਂ ਲਿਖੀ ਗਈ ਹੈ ਨਾ, ਕਿਉਂਕਿ ਗੁਰਮੁਖੀ ਲਿਖਣ 'ਚ ਸਿੱਖ ਹੀ ਲਿਖ ਸਕਦੇ ਸੀ ਜੀ। ਤੇ ਉਹਦੇ ਵਿੱਚ ਉਹਨੇ ਲਾਸਟ ਦੇ ਵਿੱਚ ਆ ਦੇਖੋ ਇੱਥੇ ਵੀ ਦਿੱਤਾ ਜੀ ਕਿ ਉਹ ਰਾਮਾਇਣ ਕੰਪਲੀਟ ਕਰ ਰਿਹਾ, ਫਿਰ ਉਹ ਲਿਖਦਾ ਕਿ ਪੋਥੀ ਸੰਪੂਰਨ ਪਈ ਜੀ, ਸੰਮਤ 1886 ਮਾਘ ਸੁਦੀ ਸਪਤਮੀ ਜੀ, ਵਾਹਿਗੁਰੂ 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 ਵਾਹਿ ਜੀਓ ਜੀ। ਫਿਰ ਸ਼੍ਰੀ ਵशिष्ठ वाच, हे राम जी, ये सब ये संपूर्ण कला का कर्म है जो मैंने तुझको कहा है। ये मतलब ये वशिष्ठ ऋषि ने राम जी ਨੂੰ ਸੰਬੋਧਨ ਕਰਕੇ ਕੀ ਕਿਹਾ। ਇਹ ਪੂਰੀ ਉਹ ਕਥਾ ਹੈ, ਰਾਮਾਇਣ ਦੀ ਪੂਰੀ ਕਹਾਣੀ ਹੈ ਜਿਹੜੀ ਕਿ ਮਤਲਬ ਅੱਜ ਤੋਂ 200 ਸਾਲ ਪਹਿਲਾਂ ਲਿਖਵਾਈ ਗਈ। ਤੁਸੀਂ ਸਾਰੇ ਪੜ੍ਹਦੇ ਹੋਵੋਗੇ ਮੋਸਟਲੀ ਮੈਂ, ਕਿਉਂਕਿ ਜਦੋਂ ਗ੍ਰੰਥ ਸਾਨੂੰ ਕੋਈ ਮਿਲਦਾ ਉਹ 'ਚੋਂ ਇਹ ਦੇਖਣਾ ਹੁੰਦਾ ਵੀ ਇਹਦਾ ਪੀਰੀਅਡ ਕੀ ਹੈ, ਕਿਹੜੇ ਸਾਲ 'ਚ ਲਿਖਿਆ ਗਿਆ, ਕਿਹਨੇ ਲਿਖਾਇਆ, ਇਹਦੇ ਵਿੱਚ ਕੰਟੈਂਟ ਕੀ ਆ। ਇਹਦੇ ਫਿਰ ਪ੍ਰਮਾਣਿਕਤਾ ਕਰਨ ਲਈ ਵੀ ਮੰਨ ਲਓ ਵੀ ਆ 200 ਸਾਲ ਪਹਿਲਾਂ ਲਿਖਿਆ, ਕੋਈ ਫਾਰਮੂਲਾ, ਕੋਈ ਸੰਸਥਾ ਜਾਂ ਕਿਵੇਂ? ਹਾਂ, ਤੁਸੀਂ ਮਿਊਜ਼ੀਅਮ 'ਚ ਤੁਸੀਂ ਇਹਦੀ ਚੈੱਕ ਕਰਾ ਸਕਦੇ ਹੋ ਵੀ ਇਹ ਕਿੰਨਾ ਇਹਦਾ ਪੇਪਰ ਹੁਣ ਤੱਕ ਹੈ। ਸਾਨੂੰ ਆਪ ਨੂੰ ਖੁਦ ਅਸੀਂ ਦੇਖ ਲੈਂਦੇ ਹਾਂ ਕਿ ਇਹ ਹੈਂਡਮੇਡ ਪੇਪਰ ਹੈ, ਕਿੰਨਾ ਪੁਰਾਣਾ, ਇਹਦੀ ਇੰਕ ਹੈ, ਇਹਦੀ ਰਾਈਟਿੰਗ ਹੈ, ਇਹਦੀ ਕਲਮ ਕਿਹੜੀ ਹੈ, ਵੀ ਬਰੀਕ ਕਲਮ ਹੈ, ਕਿੰਨੀ ਪੁਰਾਣੀ ਕਲਮ ਹੈ। ਇਹਦਾ ਇੱਕ ਮੋਟਾ ਪ੍ਰੂਫ ਤਾਂ ਹੈ ਲਾਸਟ ਪੰਨੇ ਦੇ ਉੱਤੇ। ਮੋਸਟ ਜਿਹੜੇ ਹਿੰਦੂ ਗ੍ਰੰਥ ਆ ਉਹਨਾਂ ਦੇ ਵਿੱਚ ਅਖੀਰਲੇ ਪੇਜ ਦੇ ਉੱਤੇ ਲਿਖਿਆ ਹੁੰਦਾ ਕਿ ਅੱਜ ਇਹ ਗ੍ਰੰਥ ਇਸ ਸੰਨ 'ਚ ਸੰਪੂਰਨ ਹੋਇਆ ਜੀ, ਵੀ ਕਿਹੜੇ ਸੰਨ 'ਚ ਇਹ ਗ੍ਰੰਥ ਪੂਰਾ ਹੋਇਆ, ਕਿਹੜਾ ਮਹੀਨਾ ਸੀ, ਤਰੀਕ ਕਿਹੜੀ ਸੀ, ਕਿਹਨੇ ਲਿਖਿਆ। ਕਈ ਗ੍ਰੰਥਾਂ 'ਚ ਤਾਂ ਬੰਦੇ ਨੇ ਆਪਣਾ ਨਾਮ ਵੀ ਲਿਖਿਆ ਹੁੰਦਾ, ਆਪਣੇ ਫਾਦਰ ਦਾ ਨਾਮ ਲਿਖਿਆ ਹੁੰਦਾ, ਪਿੰਡ ਲਿਖਿਆ ਹੁੰਦਾ, ਮੈਂ ਫਲਾਣੇ ਪਿੰਡ, ਵੰਸ਼ਾਵਲੀ, ਹਾਂ, ਉਹ ਸਾਰਾ ਲਿਖ ਦਿੰਦੇ ਸੀ ਜੀ। ਇਹ ਸਾਰੀਆਂ ਕਿਤਾਬਾਂ ਜਿਹੜੀਆਂ ਇਹ ਦੇਖੋ ਹੁਣ ਇਹ ਵੀ ਗ੍ਰੰਥ ਦੇਖਣ ਨੂੰ ਤੁਹਾਨੂੰ ਐਡਾ ਵੱਡਾ ਮਤਲਬ ਗੁਰਮੁਖੀ 'ਚ ਗ੍ਰੰਥ ਹੈ ਇਸ ਸਾਈਜ਼ ਦਾ। ਇਹਦੀ ਲੈਦਰ ਦੀ ਬਾਈਂਡਿੰਗ ਹੈ ਜੀ, ਚਮੜੇ ਦੀ ਜਿਲਦ ਉੱਤੇ 골ਡ ਦਾ ਕੰਮ ਕੀਤਾ ਹੋਇਆ, ਸੋਨੇ ਨਾਲ ਮੀਨਾਕਾਰੀ ਕੀਤੀ, ਤੇ ਇਹਦੀ ਓਰੀਜਨਲ ਬਾਈਂਡਿੰਗ ਹੈ। ਦੇਖੋ ਇਹਦੇ ਵਿੱਚ ਇਹ ਦੇਖਣ ਨੂੰ ਤੁਹਾਨੂੰ ਇਦਾਂ ਲੱਗਦਾ ਜਿਵੇਂ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਹੈ। ਸਾਈਜ਼ ਇਹਦੇ ਪੇਜਿਸ, ਉਹਦਾ ਲਿਖਣ ਦਾ ਢੰਗ, ਤਰੀਕਾ, ਸ਼ੁਰੂਆਤ ਵੀ ਦੇਖੋ ਜਿਹੜਾ, ਕਿਉਂਕਿ ਗੁਰਮੁਖੀ ਸਿੱਖ ਲਿਖਦੇ ਸੀ ਤੇ ਚਾਹੇ ਉਹ ਹਿੰਦੂ ਧਰਮ ਦਾ ਗ੍ਰੰਥ ਆ, ਉਹਨਾਂ ਨੇ ਸ਼ੁਰੂ ਕਰਨਾ ਏਕ ਓਂਕਾਰ ਸਤਿਗੁਰ ਪ੍ਰਸਾਦ, ਆਪਣੇ ਇਸ਼ਟ ਨੂੰ ਧਿਆਉਣਾ। ਅੱਜ ਕੱਲ੍ਹ ਕਈ ਥਾਵਾਂ 'ਤੇ ਨਾ ਇੱਕ ਕੰਟਰੋਵਰਸੀ ਪਿੱਛੇ ਜੇ ਆਈ ਸੀ ਸਾਹਮਣੇ ਵੀ ਕਿਸੇ ਨੇ ਇਹ ਕਲੇਮ ਕਰਤਾ ਸੀ ਕਿ ਦੁਨੀਆ ਦੀ ਸਭ ਤੋਂ ਪੁਰਾਣੀ ਭਗਵਤ ਗੀਤਾ ਜਿਹੜੀ ਆ ਵੀ ਉਹ ਹੈਗੀ ਆ ਜੀ, ਉਹ 'ਚ ਏਕ ਓਂਕਾਰ ਸਤਿਗੁਰ ਪ੍ਰਸਾਦ ਲਿਖਿਆ ਗਿਆ। ਉਹ ਲੋਕਾਂ ਦੀ ਸ਼ੰਕਾ ਦੂਰ ਕਰਨ ਲਈ ਮੈਂ ਦੱਸਣਾ ਚਾਹੁੰਦਾ ਕਿ ਜਿੰਨੇ ਵੀ ਹਿੰਦੂ ਧਰਮ ਦੇ ਗ੍ਰੰਥ ਆ ਉਹ ਜਿਹੜੇ ਗੁਰਮੁਖੀ 'ਚ ਲਿਖੀ ਜਾਂਦੀ ਸੀ, ਗੁਰਮੁਖੀ ਸਿੱਖ ਲਿਖਦਾ ਸੀ ਜੀ, ਤੇ ਸਿੱਖ ਲਈ ਚਾਹੇ ਉਹ ਗ੍ਰੰਥ ਸਿੱਖਾਂ ਦਾ ਚਾਹੇ ਹਿੰਦੂਆਂ ਦਾ, ਉਹਨੇ ਆਪਣਾ ਲਿਖਾਈ ਸ਼ੁਰੂ ਕਰਨ ਤੋਂ ਪਹਿਲਾਂ ਏਕ ਓਂਕਾਰ ਸਤਿਗੁਰ ਪ੍ਰਸਾਦ ਲਿਖਣਾ। ਉਸ ਤੋਂ ਬਾਅਦ ਉਹਨੇ ਲਿਖਣਾ ਕਿ ਓਮ ਸਤ ਸ਼੍ਰੀ ਗਣੇਸ਼ ਆਏ ਨਮਾ, ਅਬ ਜੈਮਿਨੀ ਅਸ਼ਵਮੇਘ ਭਾਖਾ ਗ੍ਰੰਥ ਲਿਖਤੇ। ਵੀ ਜੈਮਿਨੀ ਅਸ਼ਵਮੇਘ ਗ੍ਰੰਥ ਲਿਖਿਆ, ਪਰ ਉਹਨੇ ਮਤਲਬ ਸ਼ੁਰੂਆਤ ਏਕ ਓਂਕਾਰ ਸਤਿਗੁਰ ਪ੍ਰਸਾਦ ਤੋਂ ਕਰਨੀ, ਫਿਰ ਉਹਨੇ ਲਿਖਣਾ ਵੀ ਓਮ ਸਤ ਸ਼੍ਰੀ ਗਣੇਸ਼ ਆਏ ਨਮਾ। ਉਸ ਸਮੇਂ ਇੱਥੋਂ ਗੱਲ ਉਹ ਵੀ ਪਤਾ ਲੱਗ ਉਹਨਾਂ ਲੋਕਾਂ 'ਚ ਸਹਿਣਸ਼ੀਲਤਾ ਵੱਧ ਸੀ ਜੀ। ਹਾਂਜੀ, ਉਹੀ ਨਾ ਵੀ ਦੇਖੋ ਵੀ ਉਹ ਹਿੰਦੂ ਗ੍ਰੰਥ ਲਿਖ ਰਿਹਾ
ਤੇ ਜਿਹੜਾ ਪੜ੍ਹਨ ਵਾਲਾ ਹਿੰਦੂ ਜੇ ਉਹਨੇ ਵੀ ਭਗਵਦ ਗੀਤਾ ਪੜ੍ਹਨੀ ਹੈ, ਰਮਾਇਣ ਪੜ੍ਹਨੀ ਹੈ, ਹਨੂਮਾਨ ਨਾਟਕ ਪੜ੍ਹਨਾ, ਤੇ ਉਹ ਏਕ ਓਂਕਾਰ ਸਤਿਗੁਰੂ ਪ੍ਰਸਾਦ ਨੂੰ ਅਸੈਪਟ ਕਰ ਰਿਹਾ। ਨਹੀਂ ਤਾਂ ਆਮ ਕਹਿ ਸਕਦਾ ਵੀ ਤੈਨੂੰ ਰੁਪਈਏ ਦੇਣੇ, ਤੂੰ ਆਹ ਕਾਹਤੋਂ ਲਿਖੀ ਜਾਂਦਾ ਬਈ, ਤੂੰ ਇਹ ਕਿਉਂ? ਉਦੋਂ ਇਸ ਚੀਜ਼ ਨੂੰ, ਕਿਉਂਕਿ ਉਹ ਪਰਮਾਤਮਾ ਨੂੰ ਸੰਬੋਧਨ ਕੀਤਾ ਗਿਆ। ਏਕ ਓਂਕਾਰ ਦਾ ਮਤਲਬ ਹੀ ਹੈ ਵੀ ਉਹ ਇੱਕ ਪਰਮਾਤਮਾ ਇੱਕ ਹੈ। ਜਦੋਂ ਉਹ ਇੱਕ ਹੋ ਗਿਆ, ਜਿਹਨੂੰ ਇਹ ਸਮਝ ਆ ਗਈ ਕਿ ਇੱਕ ਆ, ਫਿਰ ਤਾਂ ਕੰਟਰੋਵਰਸੀ ਰਹੀ ਨਾ, ਫਿਰ ਤਾਂ ਉਹਨੂੰ ਓਬਜੈਕਸ਼ਨ ਹੀ ਨਹੀਂ ਹੋਊਗਾ ਵੀ ਏਕ ਓਂਕਾਰ ਜਿਹਨੇ ਪੜ੍ਹ ਲਿਆ, ਜਿਹਨੂੰ ਉਹਦਾ ਮਤਲਬ ਸਮਝ ਆ ਗਿਆ ਜੀ, ਤੇ ਉਹਨੂੰ ਉਹਦੇ ਲਈ ਤਾਂ ਫਿਰ ਇਹ ਵਿਵਾਦ ਖਤਮ ਹੈ ਨਾ। ਚੰਗੀ ਗੱਲ ਆ ਵੀ ਉਦੋਂ WhatsApp ਹੈ ਨਹੀਂ ਸੀ, ਨਹੀਂ ਤਾਂ ਇਹ ਰੌਲਾ ਪੈ ਜਾਣਾ ਸੀ। ਹੁਣ ਇਹ ਇੱਕ ਪੋਥੀ ਹੈ ਜੀ, ਇਹਦੀ ਬਹੁਤ ਬਰੀਕ ਰਾਈਟਿੰਗ ਹੈ ਔਰ ਬਿਲਕੁਲ ਹੂ ਜਿਵੇਂ ਨਾ ਇੱਕ ਵੀ ਅੱਖਰ ਦੇ ਵਿੱਚ ਜਿਵੇਂ ਕੰਪਿਊਟਰ ਦਾ ਫੌਂਟ ਹੁੰਦਾ, ਇੰਨਾ ਸਜਾ ਕੇ ਲਿਖਿਆ ਗਿਆ। ਕਿਸੇ ਨੇ ਬਹੁਤ ਜ਼ਿਆਦਾ ਇਹ 'ਤੇ ਮਿਹਨਤ ਕਰਕੇ ਲਿਖਿਆ। ਹਾਂਜੀ, ਇਹ ਖਾਸ ਗੱਲ ਕੀ ਹੈ ਕਿ ਇਹ ਬਚਿੱਤਰ ਨਾਟਕ ਦਾ ਕ੍ਰਿਸ਼ਨ ਅਵਤਾਰ ਪਾਰਟ ਹੈ, ਜਿਹੜਾ 24 ਅਵਤਾਰ ਦੱਸੇ ਜਾਂਦੇ ਆ ਗ੍ਰੰਥ, ਉਹਦੇ 'ਚ ਬਚਿੱਤਰ ਨਾਟਕ ਕ੍ਰਿਸ਼ਨ ਅਵਤਾਰ ਹੈ। ਸਾਰੀ ਲਿਖਾਈ ਸੇਮ ਆ? ਹਾਂਜੀ, ਸੇਮ ਲਿਖਾਈ ਦੇ ਵਿੱਚ ਪਹਿਲੇ ਪੇਜ ਤੋਂ ਲੈ ਕੇ ਤੁਸੀਂ ਆਖਰ ਤੱਕ ਵੇਖੋਗੇ ਤਾਂ ਉਹਦੇ ਇਹ ਸੰਮਤ 1745 ਦਾ ਇਹਦਾ ਪੀਰੀਅਡ ਹੈ ਜੀ। 1745 ਚੋਂ ਤੁਸੀਂ 57 ਮਾਈਨਸ ਕਰ ਦਿੰਦੇ ਹੋ ਤੇ ਇਹ ਤੁਹਾਡਾ 1688 ਬਣਦਾ ਜੀ। 1688 ਦੇ ਵਿੱਚ ਲਿਖਿਆ ਗਿਆ ਬਚਿੱਤਰ ਨਾਟਕ ਕ੍ਰਿਸ਼ਨ ਅਵਤਾਰ, ਭੰਗਾਣੀ ਦੀ ਜੰਗ ਵੇਲੇ ਦੀ ਗੱਲ ਕਹਿ ਸਕਦੇ ਹਾਂ। ਹਾਂਜੀ, ਤੇ ਇਹ ਹੁਣ ਜਿਹੜੇ ਆ ਦੇਖੋ ਵੀ ਇਹ ਹੁਣ ਅੱਗੋਂ ਵੀ ਜਿੰਨੇ ਆ ਗ੍ਰੰਥ ਤੁਹਾਨੂੰ ਮਿਲਣਗੇ, ਇਹ ਹੁਣ ਜੇ ਇਹ ਹੈਗਾ ਹਨੂਮਾਨ ਨਾਟਕ, ਇਹ ਕਵੀ ਹਿਰਦੇ ਰਾਮ ਭੱਲਾ ਸੀਗੇ ਜੀ, ਉਹਨਾਂ ਦਾ ਲਿਖਿਆ ਇਹ ਹੈਗਾ ਹਨੂਮਾਨ ਨਾਟਕ। ਇਹਦੇ ਵਿੱਚ ਡੇਟ ਲਿਖੀ ਕ੍ਰਿਤ ਕਵੀ ਹਿਰਦੇ ਰਾਮ ਭੱਲਾ, ਮਾਘਵਦੀ ਸੰਮਤ 1779 ਜੀ। ਮਤਲਬ ਇਹਨੂੰ ਵਰਡ 'ਚ ਲਿਖਿਆ ਉਹਨੇ, ਡਿਜਿਟ 'ਚ ਨਹੀਂ ਲਿਖਿਆ। ਸੰਮਤ 1779, 1779 ਚੋਂ 57 ਮਾਈਨਸ ਕਰਦੇ ਤੇ ਇਹ ਬਣ ਜਾਂਦਾ 1722। ਅੱਜ 2022 ਚੱਲ ਰਿਹਾ, ਯਾਨੀ ਇਹ 300 ਸਾਲ ਪਹਿਲਾਂ ਦਾ ਇਹ ਹਨੂਮਾਨ ਨਾਟਕ ਹੈ। ਭਾਈ ਮਨੀ ਸਿੰਘ ਜੀ ਦੀ ਸ਼ਹੀਦੀ ਤੋਂ 1 ਸਾਲ ਬਾਅਦ ਦੀ ਗੱਲ। ਹਾਂਜੀ ਹਾਂਜੀ, ਤੇ ਇਸ ਕਰਕੇ ਇਹ ਸਾਰੀਆਂ ਇਹ ਹੁਣ ਮਹਾਭਾਰਤ ਦਾ ਇੱਕ ਪਾਰਟ ਹੈ ਜੀ, ਪਰ ਇਹ ਗੁਰਮੁਖੀ 'ਚ ਦੇਖੋ ਬਹੁਤ ਸੁੰਦਰ ਗੁਰਮੁਖੀ ਕੈਲੀਗ੍ਰਾਫੀ ਦੇ ਵਿੱਚ ਇਹ ਮਹਾਭਾਰਤ ਦਾ ਹਿੱਸਾ ਇੱਕ ਉਹਦੇ ਵਿੱਚ ਨਾਲ ਨਾ। ਮੈਂ ਤਾਂ ਹੈਰਾਨ ਆ ਜੀ, ਕੋਈ ਲੀਕ ਨਹੀਂ ਮਾਰੀ, ਕੋਈ ਪੈਨਸਲ ਨਾਲ ਪੂਰਨੇ ਨਹੀਂ ਪਾਏ। ਇਹ ਤੇ ਸ਼੍ਰੀ ਮਹਾਭਾਰਤ ਤੇ ਮਹਾਭਾਰਤ ਦਾ ਇੱਕ ਕਾਂਡ ਹੈ ਜਿਹੜਾ ਕਿ ਉਹਨਾਂ ਨੇ ਮਤਲਬ ਗੁਰਮੁਖੀ ਦੇ ਵਿੱਚ ਲਿਖਿਆ ਹੈ ਜੀ। ਵੀ ਕਿੱਡੀ ਸੋਹਣੀ ਲਿਖਾਈ, ਕਿਤੇ ਕੋਈ ਹੈ ਨਾ ਅੱਖਰ ਬੋਲਦੇ ਨੇ, ਬਹੁਤ ਸੁੰਦਰ ਕੈਲੀਗ੍ਰਾਫੀ ਇੰਨੀ ਸੋਹਣੀ ਹੈ ਵੀ ਤੁਸੀਂ ਉਹਨੂੰ ਦੇਖ ਕੇ ਉੱਤੋਂ ਇਹ ਜੱਜ ਕਰ ਸਕਦੇ ਹੋ ਕਿ ਉਸ ਬੰਦੇ 'ਚ ਕਿੰਨੀ ਲਗਨ ਸੀ, ਕਿੰਨਾ ਪਿਆਰ ਸੀ ਉਹਦਾ ਆਪਣੇ ਧਰਮ ਲਈ, ਕਿੰਨੀ ਉਹਦੀ ਮਤਲਬ ਉਹਦੇ 'ਚ ਕਿੰਨੀ ਸਹਿਨਸ਼ੀਲਤਾ ਸੀ ਵੀ ਉਹ ਕਿਤੇ ਵੀ ਲਿਖਾਈ 'ਚ ਫਰਕ ਨਹੀਂ ਪੈਣ ਦਿੰਦਾ। ਚਾਹੇ ਉਹਨੂੰ 1 ਸਾਲ ਲੱਗਿਆ, 2 ਸਾਲ ਲੱਗੇ। ਹੁਣ ਆਪਣੇ ਕੋਲ ਜਿਵੇਂ 29 ਸਾਲ ਲੱਗੇ ਇੱਕ ਗ੍ਰੰਥ ਲਿਖਣ ਨੂੰ, ਕਿਹੜਾ ਰੈਫਰੈਂਸ ਜਿਹੜਾ ਮੈਂ ਛੋਟੀ ਬਰੀਕ ਲਿਖਾਈ ਵਾਸਤੇ, ਉਹਦੇ ਅਲੱਗ-ਅਲੱਗ ਅਧਿਆਏ ਖਤਮ ਹੋ ਰਹੇ ਆ। ਇੱਕ 1726 'ਚ ਖਤਮ ਹੁੰਦਾ, ਦੂਜਾ 1736 'ਚ, ਯਾਨੀ 10 ਸਾਲ ਉਹਨੂੰ ਲਿਖਣ ਨੂੰ। ਉਹਨੇ ਤਪੱਸਿਆ ਕਿੰਨੀ ਉਸ ਬੰਦੇ ਕੀ 10 ਸਾਲ ਉਹ ਲਿਖੀ ਗਿਆ। ਉਹ ਜਿਹੜਾ ਨਿੱਕਾ ਗ੍ਰੰਥ ਦਿਖਾਇਆ ਸੀ, ਬਹੁਤ ਬਰੀਕ ਰਾਈਟਿੰਗ ਸੀ ਕਿਉਂਕਿ ਉਹ ਛੋਟੀ ਸੀ ਤੇ ਬਹੁਤ ਘੱਟ ਅੱਖਰ ਲਿਖੇ ਜਾਂਦੇ ਮੜਾ ਜਿਹਾ। ਇਸ ਗ੍ਰੰਥ ਨੂੰ 29 ਸਾਲ ਲੱਗੇ ਨੇ, ਹੈ ਨਾ? ਹਾਂਜੀ ਹਾਂਜੀ, ਆਹ ਗ੍ਰੰਥ ਨੂੰ, ਹੈ ਨਾ? ਆਹ ਦੇਖੋ ਇਹਦੇ ਵਿੱਚ ਨਾ ਤੁਹਾਨੂੰ ਬਹੁਤ ਲੰਮਾ ਕਿੰਨਾ ਸਹਿਣਸ਼ੀਲਤਾ ਹੋ ਗਈ। ਆਹ ਦੇਖੋ ਫਿਰ ਇਹਦੇ ਵਿੱਚ ਦੇਖੋ ਏਕ ਓਂਕਾਰ ਸਤਿਗੁਰ ਪ੍ਰਸਾਦ ਸ਼੍ਰੀ ਗਣੇਸ਼ ਆਏ ਨਮਾ, ਦੋਨੋਂ ਚੀਜ਼ਾਂ ਇਕੱਠੀਆਂ ਹੋ ਗਈਆਂ ਤੁਹਾਨੂੰ ਇਹ 'ਚ। ਇਹ ਅਧਿਆਇ ਇਹ ਏਕ ਓਂਕਾਰ ਸਤਿਗੁਰ ਪ੍ਰਸਾਦ ਹਰੇ ਕ੍ਰਿਸ਼ਨ ਜੀ। ਫਿਰ ਇਹਦੇ ਵਿੱਚ ਉਹਨਾਂ ਨੇ ਇੱਥੇ ਲਿਖਿਆ 1726 ਸੰਮਤ ਮਘ ਮਾਸ ਸੁਬਾ, ਮੱਘਰ ਦਾ ਮਹੀਨਾ, ਸਵੇਰ ਦਾ ਟਾਈਮ, 1726 ਸੰਮਤ। ਬਿਲਕੁਲ, ਤੇ ਮਤਲਬ 1726 ਸੰਮਤ ਨੂੰ ਤੁਸੀਂ ਦੇਖੋ ਵੀ ਇਹ 1669 ਬਣਦਾ ਜੀ। ਤੇ ਬਹੁਤ ਕਮਾਲ ਸੀ ਤੇ ਆਪਦੀ ਉਹਨੇ ਅੱਧੀ ਉਮਰ ਹੀ ਇੱਧਰ ਲਾਤੀ। ਹਾਂਜੀ, 300 ਸਾਲ ਤੋਂ ਜ਼ਿਆਦਾ ਦਾ ਪੀਰੀਅਡ ਹੈ ਜੀ। ਹਾਂਜੀ, ਮਤਲਬ 29 ਸਾਲ ਆਪਦੀ ਜ਼ਿੰਦਗੀ ਦੇ ਅੱਧੀ ਉਮਰ ਹੀ ਬਣ ਜਾਂਦੀ ਹੈ। ਤੇ ਇਹ ਸਾਰੇ ਗ੍ਰੰਥ ਇਹ ਗੁਰਮੁਖੀ ਤੋਂ ਇਲਾਵਾ ਫਾਰਸੀ ਦੇ, ਅਰਬੀ ਦੇ ਤੁਸੀਂ ਦੇਖ ਲਏ, ਗੁਰਮੁਖੀ ਦੇ ਦੇਖ ਲਏ। ਮੈਂ ਤੁਹਾਨੂੰ ਹੁਣ ਸੰਸਕ੍ਰਿਤ ਦੇ ਵਿੱਚ ਦਿਖਾਣਾ। ਸੰਸਕ੍ਰਿਤ ਜੀ, ਆਹ ਦੇਖੋ ਇਹ ਸੰਸਕ੍ਰਿਤ ਦੇ ਵਿੱਚ ਬਹੁਤ ਸੋਹਣੀ ਕੈਲੀਗ੍ਰਾਫੀ ਕਰਕੇ, ਰਾਈਸ ਪੇਪਰ ਹੈ, ਚੌਲਾਂ ਤੋਂ ਬਣਿਆ ਹੋਇਆ ਕਾਗਜ਼। ਅੱਛਾ, ਉਹਦੇ ਉੱਤੇ ਇਹ ਵੀ ਪ੍ਰਿੰਟਿੰਗ ਨਹੀਂ ਗਾ? ਨਹੀਂ ਜੀ ਨਹੀਂ, ਇਹ ਹੱਥ ਲਿਖਤ ਹੈ ਸਾਰੀ, ਹੈਂਡ ਰਿਟਨ। ਇਹ ਸਾਰਾ ਹੀ ਹੈਂਡ ਰਿਟਨ ਹੈ। ਇਹਦੇ ਵਿੱਚ ਫਿਰ ਬਹੁਤ ਸੁੰਦਰ ਮਿਨੀਏਚਰ ਪੇਂਟਿੰਗਸ ਬਣਾਈਆਂ ਗਈਆਂ ਜੀ। ਇਹ ਨੈਚੁਰਲ ਕਲਰਸ ਦੇ ਨਾਲ ਬਣਦੀਆਂ ਸੀ। ਆਹ ਦੇਖੋ ਜੀ, ਬਿਲਕੁਲ ਇਹ ਵਿਸ਼ਨੂੰ ਹੈ, ਲਕਸ਼ਮੀ ਹੈ, ਉੱਤੇ ਸ਼ੇਸ਼ ਨਾਗ ਹੈ, ਇਹਦੇ ਵਿੱਚ ਦੇਵਤੇ ਉੱਤੋਂ ਦੇ। ਇਹ ਰੰਗ ਕਿਵੇਂ ਬਣਾਉਂਦੇ ਸੀ? ਇਹ ਨੈਚੁਰਲ ਕਲਰ ਸੀਗੇ ਜੀ, ਸਟੋਨਸ ਤੋਂ ਬਣਦੇ ਸੀ, ਪ੍ਰੀਸ਼ੀਅਸ ਸਟੋਨ ਤੋਂ ਬਣਾਏ ਜਾਂਦੇ, ਸੈਮੀ ਪ੍ਰੀਸ਼ੀਅਸ ਸਟੋਨ ਯੂਜ਼ ਕੀਤੇ ਜਾਂਦੇ ਸੀ ਜੀ, ਕੁਦਰਤ ਤੋਂ ਰੰਗ ਲੈ ਕੇ ਜਿਹੜੇ। ਮਤਲਬ ਇਹ 'ਚ ਆਰਟੀਫਿਸ਼ੀਅਲ ਸਿੰਥੈਟਿਕ ਕਲਰਸ ਕੋਈ ਯੂਜ਼ ਨਹੀਂ ਹੋਏ। ਇਹ ਕਿਲਿਆਂ 'ਚ ਕੀਤੇ ਹੋਏ ਰੰਗ ਵੀ ਨਹੀਂ ਲੈਂਦੇ ਨਾ। ਕਿਤਾਬਾਂ, ਮਿਊਰਲਸ ਦੇਖਦੇ ਹਾਂ, ਵਾਲ ਪੇਂਟਿੰਗਸ ਦੇਖਦੇ ਹਾਂ ਜੀ, ਉਹ 200-300 ਸਾਲ ਤੋਂ ਉੱਦਾਂ ਹੀ
ਉਹਨਾਂ ਦੀ ਚਮਕ ਆ। ਜਿਵੇਂ ਆਹ ਹੁਣ ਗ੍ਰੰਥ ਹੈ ਦੇਖੋ, ਇਹਦੇ ਵਿੱਚ ਆ ਜਿੰਨਾ ਇਹ ਤੁਹਾਨੂੰ ਸੁਨਹਿਰੀ ਦਿਖ ਰਿਹਾ ਕੰਮ, ਇਹ ਸੋਨੇ ਨਾਲ ਹੈ। ਅੱਛਾ, ਆ ਸਾਰਾ ਸੋਨੇ ਗੋਲਡ ਦੀ ਰਾਈਟਿੰਗ ਹੈ ਜਿਹੜੀ ਆ ਬਾਰਡਰ ਵੀ ਬਣਾਇਆ ਗਿਆ, ਉਹਦੇ ਵਿੱਚ ਜਿਹੜੀ ਡੈਕੋਰੇਸ਼ਨ ਕੀਤੀ ਗਈ ਜਾਂ ਅੱਖਰਾਂ ਦੇ ਵਿੱਚ ਜਿਹੜਾ ਰੰਗ ਭਰਿਆ ਗਿਆ ਇਹ ਗੋਲਡ ਹੈ, ਇਹ ਵੀ ਗੋਲਡ ਹੈ ਜੀ। ਇਹ ਵੀ ਮਿਨੀਏਚਰ ਪੇਂਟਿੰਗਸ ਦੇ ਨਾਲ ਇਹ ਵੀ ਬਾਰਡਰ ਜਿਹੜਾ ਬਣਾਇਆ ਗਿਆ ਇਹ ਉਹਨਾਂ ਦੀ ਕਲਾ 'ਚੋਂ ਨਿਖਰਦੀ ਕਲਾ ਨਜ਼ਰ ਆਉਂਦੀ। ਉਸ ਟਾਈਮ 'ਤੇ ਕਲਾ ਦਾ ਕੀ ਰੂਪ ਸੀ, ਕਿੱਥੇ ਤੱਕ ਡਿਵੈਲਪ ਹੋ ਚੁੱਕੀ ਸੀ ਜੀ। ਜਿਵੇਂ ਅੱਜ ਅਸੀਂ ਅੱਜ ਡਿਜ਼ਾਈਨਿੰਗ ਕਰ ਲੈਂਦੇ ਹਾਂ, ਉਸ ਟਾਈਮ 'ਤੇ ਕੋਈ ਕੰਪਿਊਟਰ ਨਹੀਂ ਸੀਗੇ, ਕੋਈ ਤੁਹਾਨੂੰ ਕੋਰਸ ਨਹੀਂ ਸੀ ਹੁੰਦੇ ਡਿਪਲੋਮੇ, ਫਿਰ ਵੀ ਉਹ ਲੋਕ ਆਪਣੇ ਆਪ ਉਹਨਾਂ ਦੇ ਹੱਥਾਂ 'ਚ ਪਰਮਾਤਮਾ ਵੱਲੋਂ ਇੰਨੀ ਸੋਹਣੀ ਕਲਾ। ਅਤੇ ਉਦੋਂ ਉਹਨਾਂ ਨੂੰ ਉਹਦੀ ਅਦਾਇਗੀ ਵੀ ਮੈਂ ਕਹਿੰਦਾ ਕਣਕ ਚੌਲ ਜਾਂ ਕੁਛ ਹੋ ਜੇ ਭੋਜਨ ਦੇ ਤੌਰ 'ਤੇ ਮਿਲਦੀ ਹੋਣੀ ਹੈ ਵੀ 6 ਮਹੀਨੇ ਭਾਈ ਤੇਰਾ ਰਾਸ਼ਨ ਐਂ ਦੇਵਾਂਗੇ। ਇਹ ਸੰਸਕ੍ਰਿਤ ਦਾ ਗ੍ਰੰਥ ਹੈ ਜੀ, ਇਹ ਭਗਤ ਬਾਣੀ ਹੈ। ਭਗਤ ਬਾਣੀ ਇਹਦੇ ਵਿੱਚ ਸਾਰੇ ਭਗਤਾਂ ਦੀ ਬਾਣੀ ਹੈ ਜੀ। ਆਹ ਦੇਖੋ ਇਹਦੇ ਵਿੱਚ ਨਾ ਪੂਰੀ ਸੰਸਕ੍ਰਿਤ ਜ਼ੁਬਾਨ, ਹਾਂਜੀ ਸੰਸਕ੍ਰਿਤ ਦੇ ਵਿੱਚ, ਔਰ ਪੂਰੀ ਕੰਪਲੀਟ ਇੱਕ ਹੈਗੀ ਹੈ ਜੀ ਭਗਤ ਬਾਣੀ, ਇਹ ਕੰਪਲੀਟ ਇਹਦਾ ਗ੍ਰੰਥ ਹੈ। ਫਿਰ ਇਹਦੇ ਵਿੱਚ ਲਿਖਿਆ ਗਿਆ ਕਿ ਕਿਹੜੇ ਭਗਤ ਦੇ ਕਿੰਨੇ ਸ਼ਲੋਕ ਆ। ਭਗਤ ਨਾਮਦੇਵ ਦੀ ਵਿੱਚ ਹੈਗੇ ਸ਼ਲੋਕ, ਭਗਤ ਦਾਦੂ ਜੀ ਦੇ ਹੈਗੇ ਆ, ਅਲੱਗ-ਅਲੱਗ ਭਗਤਾਂ ਦੀ ਜਿੰਨੀ ਬਾਣੀ ਹੈ, ਜਿੰਨੇ ਉਹਨਾਂ ਦੇ ਸ਼ਲੋਕ ਆ ਸਾਰੇ ਇੱਥੇ ਮੈਂਸ਼ਨ ਕੀਤੇ ਗਏ। ਉਹਨਾਂ ਦੀ ਮੂਲ ਜ਼ੁਬਾਨ ਦੇ ਵਿੱਚ ਹੀ ਹੈ। ਹਾਂਜੀ। ਇਹ 1854 ਦਾ ਇਹ ਹੈਗਾ, 1854 ਸੰਮਤ। ਇਹ ਹੋ ਗਿਆ 1797। ਬਿਲਕੁਲ ਉਸ ਸਮੇਂ ਇਹ ਵੀ ਸੰਸਕ੍ਰਿਤ ਦੇ 'ਚ ਇਹ ਕਬੀਰ ਬਾਣੀ ਹੈ ਜੀ, ਸੰਸਕ੍ਰਿਤ 'ਚ ਕਬੀਰ ਜੀ ਦੀ ਬਾਣੀ, ਕਬੀਰ ਦੇ ਸ਼ਲੋਕ ਆ ਜੀ। ਇਹਦੇ ਸੰਸਕ੍ਰਿਤ 'ਚ ਸਤਰੋਤ ਹੁੰਦੇ ਆ, ਸਤਰੋਤ ਨੇ, ਟੀਕੇ ਨੇ। ਇਹ ਜਿਵੇਂ ਆਹ ਗੀਤਾ, ਇਹ ਗੀਤਾ ਦਾ ਇੱਕ ਟੀਕਾ ਹੈ ਜੀ, ਅਨੁਵਾਦ ਕੀਤਾ ਗਿਆ ਜੀ। ਅਲੱਗ-ਅਲੱਗ ਬਾਣੀਆਂ ਦੇ ਇਹ ਵੀ ਸੰਸਕ੍ਰਿਤ ਦੇ ਇਹ ਛੋਟੀਆਂ ਪੋਥੀਆਂ ਇਹ ਹੈਗੀਆਂ ਟਰੈਵਲਿੰਗ ਕਰਨ ਲਈ। ਜਦੋਂ ਵੱਡਾ ਗ੍ਰੰਥ ਚੱਕ ਕੇ ਤੁਸੀਂ ਨਾਲ ਨਹੀਂ ਲਿਜਾ ਸਕਦੇ ਤੇ ਛੋਟੇ ਗੁਟਕਾ ਜਿਵੇਂ ਆਪਾਂ ਕਹਿੰਦੇ ਹਾਂ ਜੀ, ਇੱਕ ਤਾਂ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਹੈ ਜਿਵੇਂ ਜੀ, ਜਾਂ ਇੱਕ ਛੋਟੇ ਨਿਤਨੇਮ ਦੇ ਗੁਟਕੇ ਆ ਜੀ, ਉਹ ਗੁਟਕੇ ਤੁਸੀਂ ਯੂਜ਼ ਕਰ ਸਕਦੇ ਹੋ ਜਦੋਂ ਤੁਸੀਂ ਟਰੈਵਲ ਕਰਨਾ ਕਿਤੇ, ਤੁਸੀਂ ਛੋਟਾ ਗੁਟਕਾ ਆਪਣੇ ਨਾਲ ਲਿਜਾ ਸਕਦੇ ਹੋ। ਵੱਡਾ ਗ੍ਰੰਥ ਕੈਰੀ ਨਹੀਂ ਹੁੰਦਾ ਤੇ ਛੋਟੇ ਗੁਟਕੇ ਤਾਂ ਤੁਸੀਂ ਆਪਣਾ ਰੋਜ਼ ਦਾ ਪਾਠ ਕਰ ਸਕਦੇ ਹੋ ਜੀ। ਇੱਦਾਂ ਇਹ ਛੋਟੇ ਸੰਸਕ੍ਰਿਤ ਦੇ ਉਹਨਾਂ ਦੇ ਗੁਟਕੇ ਨੇ, ਪੋਥੀਆਂ। ਇਹ ਓਰੀਜਨਲ ਬਾਈਂਡਿੰਗ ਦੇਖੋ, ਇਹ ਲੈਦਰ ਦੀ ਬਾਈਂਡਿੰਗ ਹੈ, ਚਮੜੇ ਦੀ ਪਹਿਲੀ ਬਾਈਂਡਿੰਗ ਕੀਤੀ ਹੁੰਦੀ ਹੈ ਜਿੰਨੀ ਵੀ। ਬਿਲਕੁਲ ਉੱਤੇ ਆਹ ਚਮੜਾ, ਉੱਤੇ ਕੱਪੜਾ ਚਾੜਿਆ ਹੁੰਦਾ। ਉਦੋਂ ਫਿਰ ਮੈਂ ਕਹਿੰਦਾ ਇਤਰਾਜ਼ ਵੀ ਨਹੀਂ ਸੀ ਕਰਦੇ ਵੀ ਚਮੜੇ ਦੀ ਜਲਦ ਚੜਾਉਣੀ ਆ। ਸਾਡੇ ਕੋਲ ਬਹੁਤ ਸਾਰੇ ਗ੍ਰੰਥ ਹੈ ਜੀ ਜਿਨ੍ਹਾਂ ਦੇ ਉੱਤੇ ਬਾਈਂਡਿੰਗ ਜਿਹੜੀ ਆ ਦੇਖੋ, ਇਹ ਚਮੜਾ ਲੈਦਰ 'ਚ ਬੂਟੇ, ਫੁੱਲ ਬੂਟੇ ਬਣੇ ਹੋਏ, ਇਹ ਚਮੜਾ, ਇਹ ਲੈਦਰ ਹੈ ਜੀ। ਹਰਨੀ ਕੈਮਰੇ ਤੇ ਆਹ ਦੇਖੋ ਚਮੜੇ ਦੇ ਵਿੱਚ, ਪੂਰਾ ਚਮੜੇ ਦੇ। ਜਿਵੇਂ ਹੁਣ ਵੀ ਕੁਝ ਧਾਰਮਿਕ ਥਾਵਾਂ ਤੇ ਆਮ ਕਹਿ ਦਿੰਦੇ ਵੀ ਲੈਦਰ ਨਹੀਂ ਅਲਾਉਡ, ਕਿਤੇ ਨਹੀਂ ਅਲਾਉਡ। ਜਿਵੇਂ ਜੈਨ ਧਰਮ 'ਚ ਚਮੜਾ ਨਹੀਂ ਅਲਾਉਡ, ਕਈ ਥਾਵਾਂ ਜੈਨ ਮੰਦਿਰਾਂ 'ਚ ਚਮੜਾ, ਅਸੀਂ ਬੈਲਟ ਨਹੀਂ ਲਾ ਕੇ ਜਾ ਸਕਦੇ, ਪਰਸ ਚਮੜੇ ਦਾ ਨਹੀਂ ਹੋਣਾ ਚਾਹੀਦਾ। ਪੁਰਾਣੇ ਜਿਹੜੇ ਗ੍ਰੰਥ ਮਿਲ ਰਹੇ ਆ ਉਹ 'ਚ ਸਾਨੂੰ ਜਿਲਦਾਂ ਚਮੜੇ ਦੀਆਂ ਮਿਲ ਰਹੀਆਂ। ਮੈਂ ਕਹਿੰਦਾ ਵੀ ਉਦੋਂ ਲੋਕ ਜ਼ਿਆਦਾ ਖੁੱਲ੍ਹ ਦਿਲੇ ਸੀ। ਹਾਂਜੀ, ਮੈਨੂੰ ਤਾਂ ਇਹ ਦੀ ਗੱਲ ਲੱਗੀ। ਇਹ ਸਾਰੀਆਂ ਇਹ ਅੱਜ ਮਤਲਬ ਜਿੰਨੀ ਕੁ ਜਗ੍ਹਾ ਸੀ ਮੈਂ ਉਨੇ ਕੁ ਡਿਸਪਲੇ ਕੀਤੇ, ਹਜੇ ਕਾਫੀ ਬੈਗ ਪਏ ਆ ਤੁਹਾਡੇ ਸਾਹਮਣੇ ਪਿੱਛੇ। ਮੈਂ ਕਹਿੰਦਾ ਵੀ ਖਜ਼ਾਨਾ ਭਰਪੂਰ ਆ ਤੁਹਾਡੇ ਕੋਲ। ਇੱਕ ਗੱਲ ਹੋਰ ਸਰ, ਹਾਂਜੀ 34-35 ਸਾਲ ਤੁਸੀਂ ਦੱਸਿਆ ਨਾ ਲੱਗ ਗਏ, ਹਾਂਜੀ, ਤੇ ਇੰਨੇ ਫਿਰ ਕਿੱਥੋਂ ਪ੍ਰਾਪਤ, ਕਿ ਪੰਜਾਬ 'ਚ ਹੀ ਮਿਲੇ ਜਾਂ ਹੋਰ ਨਹੀਂ? ਆਲ ਓਵਰ ਇੰਡੀਆ 'ਚੋਂ ਜੀ, ਕਿਸੇ ਵੀ ਫੈਮਿਲੀ ਕੋਲ ਪੁਰਾਣੇ ਗ੍ਰੰਥ ਪਏ ਆ ਜੀ, ਜਾਂ ਸਾਡੇ ਐਂਟੀਕ ਦੀ ਲਾਈਨ 'ਚ ਐਂਟੀਕ ਡੀਲਰਸ ਹੁੰਦੇ ਆ, ਉਹਨਾਂ ਕੋਲ ਕਈ ਵਾਰੀ ਆ ਜਾਂਦੇ ਆ। ਸਾਡੀ ਉਹਨਾਂ ਨੂੰ ਬੇਨਤੀ, ਅਪੀਲ ਹੁੰਦੀ ਆ ਵੀ ਤੁਸੀਂ ਇਹ ਖਜ਼ਾਨਾ ਜਿਹੜਾ ਵਾ ਇਹਨੂੰ ਡਿਸਟਰੋਏ ਨਾ ਕਰੋ। ਆਮ ਲੋਕ ਜਿਵੇਂ ਸੰਸਕਾਰ ਕਰ ਦਿੰਦੇ ਸੀ, ਜਲ ਪ੍ਰਵਾਹ ਕਰ ਦਿੰਦੇ ਸੀ ਜੀ, ਅਸੀਂ ਉਹਨਾਂ ਨੂੰ ਵੀ ਬੇਨਤੀ ਕਰਦੇ। ਮੇਰੀਆਂ ਐਗਜ਼ੀਬਿਸ਼ਨਾਂ ਲੱਗਦੀਆਂ, ਮੈਂ 34 ਸਾਲ 'ਚ 220 ਪ੍ਰਦਰਸ਼ਨੀਆਂ ਲਾ ਚੁੱਕਾ ਜੀ। ਉੱਥੇ ਵੀ ਜਿਹੜੀ ਸੰਗਤ ਆਉਂਦੀ, ਅਸੀਂ ਉਹਨਾਂ ਨੂੰ ਵੀ ਅਪੀਲ ਕਰਦੇ ਹਾਂ ਵੀ ਜਿਹੜੀ ਕਿਸੇ ਦੇ ਘਰਾਂ 'ਚ ਪੋਥੀਆਂ ਪਈਆਂ, ਉਹਨਾਂ ਨੂੰ ਸੰਸਕਾਰ ਕਰਨ ਨਾਲੋਂ, ਜਲ ਪ੍ਰਵਾਹ ਕਰਨ ਨਾਲੋਂ ਤੁਸੀਂ ਨਹੀਂ ਸਾਂਭ ਸਕਦੇ, ਸਾਨੂੰ ਦੇ ਦਿਓ, ਅਸੀਂ ਉਹਦੀ ਸੰਭਾਲ ਕਰਾਂਗੇ ਜੀ। ਕਿਉਂਕਿ ਹੁਣ ਮੇਰਾ ਇਹ ਪ੍ਰੋਜੈਕਟ ਹੈ ਕਿ ਨੈਕਸਟ ਮਿਊਜ਼ੀਅਮ ਬਣਾਉਣ ਤੋਂ ਇਲਾਵਾ ਜੀ ਮੈਂ ਇਹਦੀ ਫੋਟੋਗ੍ਰਾਫੀ ਕਰ ਰਿਹਾ ਕਿ ਇਹਨੂੰ ਡਿਜੀਟਾਈਜ਼ ਕੀਤਾ ਜਾ ਸਕੇ ਜੀ। ਜੇ ਕੋਈ ਹੋਰ PhD ਦਾ ਸਟੂਡੈਂਟ ਆ, ਉਹਨੇ ਕਿਸੇ PhD ਕਰਨੀ, ਉਹਨੂੰ ਰੈਫਰੈਂਸ ਚਾਹੀਦਾ, ਜਾਂ ਕੋਈ ਇੰਡੀਆ ਤੋਂ ਬਾਹਰ ਬੈਠਾ ਜੀ, ਮੈਂ ਕੋਸ਼ਿਸ਼ ਕਰੂੰਗਾ ਵੀ ਜਿਹੜੀਆਂ ਸਾਰੀਆਂ ਫੋਟੋਗ੍ਰਾਫਸ ਇਹਨੂੰ ਡਿਜੀਟਾਈਜ਼ ਕਰਕੇ ਇਹ ਸਾਰੇ ਗ੍ਰੰਥਾਂ ਨੂੰ ਮੈਂ ਆਪਣੀ ਵੈਬਸਾਈਟ ਦੇ ਉੱਤੇ ਪਾ ਦਾਂ, ਤਾਂ ਕਿ ਦੁਨੀਆ 'ਚ ਬੈਠ ਕੇ ਕਿਤੇ ਵੀ ਕੋਈ ਗ੍ਰੰਥ ਪੜ੍ਹਨਾ ਚਾਹਵੇ, ਉਹਦੇ 'ਚੋਂ ਰੈਫਰੈਂਸ ਲੈਣਾ ਚਾਹਵੇ ਤਾਂ ਲੈ ਲਵੇ ਜੀ। ਅਤੇ ਉਹ ਸਾਰਾ ਪ੍ਰੋਜੈਕਟ ਜਿਹੜਾ ਵਾ ਉਹ ਨੈਕਸਟ ਉਮੀਦ ਆ ਵੀ ਜੇ ਕੁਝ ਸਾਲਾਂ 'ਚ ਕੰਪਲੀਟ ਹੋ ਜਾਊ, ਕਿਉਂਕਿ ਉਹਦੇ ਲਈ ਬਹੁਤ ਫੰਡਸ ਵੀ ਚਾਹੀਦੇ ਆ ਜੀ। ਉਹਦੇ ਲਈ ਬਕਾਇਦਾ ਪੂਰੀ ਇੱਕ ਲੈਬੋਰਟਰੀ ਚਾਹੀਦੀ ਹੈ ਜੀ, ਇਹਨਾਂ ਦੀ ਰੀਸਟੋਰ ਕਰਨ ਲਈ। ਜੇ ਕਿਸੇ ਦੀ ਜਿਲਦ ਇਹਦੀ ਖਰਾਬ ਹੈ, ਜਾਂ ਜਿਲਦ ਦੁਬਾਰਾ ਬੰਨਣ ਵਾਲੀ ਹੈ, ਜਾਂ ਕਿਸੇ ਦੀ ਸਿਲਾਈ ਉਧੜ ਗਈ ਹੈ, ਉਸ ਚੀਜ਼ ਨੂੰ ਰੀਸਟੋਰ ਕਰਨਾ ਵੀ ਇਹ ਆਉਣ ਵਾਲੇ 100-200 ਸਾਲ ਤੱਕ ਆਉਣ ਵਾਲੀਆਂ ਜਨਰੇਸ਼ਨਾਂ ਲਈ। ਮੈਂ ਤਾਂ, ਮੇਰੀ ਅੱਜ 50 ਸਾਲ ਦੀ ਉਮਰ ਹੈ, ਮੈਂ ਹੋਰ 10-20 ਸਾਲ ਕੱਟ ਲਵਾਂਗਾ ਜੀ। ਉਸ ਤੋਂ ਬਾਅਦ ਆਉਣ ਵਾਲੀਆਂ ਨਸਲਾਂ ਦੀ ਸੰਭਾਲਣ ਲਈ ਇਹਦੀ ਰੈਸਟੋਰੇਸ਼ਨ, ਫਿਰ ਇਹਦੀ ਡਿਜੀਟਾਈਜੇਸ਼ਨ ਹੋ ਜਾਵੇ ਜੀ। ਵੀ ਕਿਸੇ ਵੀ ਤਰੀਕੇ, ਜਿਵੇਂ ਹੁਣ 1984 'ਚ ਬਲੂ ਸਟਾਰ ਆਪਰੇਸ਼ਨ 'ਚ ਸੁਣਿਆ ਕਿ ਉੱਥੇ ਲਾਇਬ੍ਰੇਰੀ ਸੀ, ਉਹਦੇ ਵਿੱਚ ਇੰਨੇ ਗ੍ਰੰਥ ਸੀ ਖਰੜੇ ਸੀਗੇ, ਉਹ ਸੜ ਕੇ ਸੁਆਹ ਹੋ ਗਏ ਜੀ। ਵੀ ਕਿਸੇ ਵੀ ਤਰੀਕੇ ਇਹਨਾਂ ਨੂੰ ਕੋਈ 100-200 ਸਾਲ 'ਚ ਕੋਈ ਨੁਕਸਾਨ ਹੁੰਦਾ ਜਾਂ ਇਹ ਖਰਾਬ ਹੋ ਜਾਂਦੇ ਆ, ਖਤਮ ਹੋ ਜਾਂਦੇ ਆ,
ਉਹ ਇੱਕ ਡਿਜੀਟਾਈਜ਼ ਕਰਕੇ ਵਰਲਡ 'ਚ ਇਹਦੀਆਂ ਉਹ ਕਾਪੀਜ਼ ਜਿਹੜੀਆਂ ਸੇਫ ਰਹੂਗੀਆਂ। ਬਾਲੇ ਹੱਥਾਂ 'ਚ ਚਲੇ ਜੂਗੀ ਚੀਜ਼, ਕਿਤੇ ਤਾਂ Yes, ਬਚੂ। ਉਹ ਮੇਰਾ ਹੁਣ ਪ੍ਰੋਜੈਕਟ ਹੈ ਨੈਕਸਟ ਕਿ ਇਹਦੀ ਬਕਾਇਦਾ ਇੱਕ ਲੈਬੋਰਟਰੀ ਬਣੇ ਜੀ। ਜਿਹ 'ਚ ਸਾਰਿਆਂ ਨੂੰ ਰੀਸਟੋਰ ਕੀਤਾ ਜਾਵੇ, ਇਹਦੀ ਫੋਟੋਗ੍ਰਾਫੀ ਬਹੁਤ ਵਧੀਆ HD ਫੋਟੋਗ੍ਰਾਫੀ ਹੋਵੇ, ਉਹਨੂੰ ਅੱਗੋਂ ਅਸੀਂ ਡਿਜੀਟਾਈਜ਼ ਕਰਕੇ ਸੰਭਾਲ ਕੇ ਡਿਜੀਟਲ ਰੂਪ 'ਚ ਸੰਭਾਲ ਲਈਏ ਜੀ ਦੁਨੀਆ 'ਚ ਕਿਤੇ ਵੀ ਕਿਸੇ ਨੂੰ ਰੈਫਰੈਂਸ ਚਾਹੀਦਾ, ਉਹ ਸਾਰੇ ਮੇਰੇ ਘਰ ਤਾਂ ਨਹੀਂ ਆ ਸਕਦੇ ਜੀ। ਉਹਨਾਂ ਨੂੰ ਆਪਣੇ ਦੇਸ਼ 'ਚ ਜਿੱਥੇ ਮਰਜ਼ੀ ਬੈਠੇ ਦੁਨੀਆ 'ਚ ਉਹ ਮੇਰੀ ਵੈਬਸਾਈਟ ਤੋਂ ਜਿਹੜਾ ਮਰਜ਼ੀ ਗ੍ਰੰਥ ਚਾਹਣ ਖੋਲ ਕੇ ਪੜ੍ਹ ਸਕਣ। ਜੀ ਉਹ ਸਾਰੇ ਕੰਮ ਨੂੰ ਕਰਨ ਲਈ ਤੇ ਉਹ ਪੂਰਾ ਇੱਕ ਮਿਊਜ਼ੀਅਮ ਬਣਾਉਣ ਲਈ ਬਹੁਤ ਸਾਰੇ ਫੰਡ ਚਾਹੀਦੇ ਆ। ਸਰ ਇੱਕ ਗੱਲ ਮੈਨੂੰ ਦੱਸੋ, ਹਾਂਜੀ। ਕਿੰਨਾ ਕੁ ਖਰਚਾ ਆ ਗਿਆ ਹੋ ਤੁਹਾਡਾ ਇਹਨਾਂ ਤੇ? ਸ਼ਾਇਦ ਗਿਣਤੀ ਤਾਂ ਨਹੀਂ ਕੀਤੀ ਜਾ ਸਕਦੀ, ਕਿੰਨਾ ਤਾਂ ਨਹੀਂ ਐਗਜ਼ੈਕਟ ਤਾਂ ਨਹੀਂ ਅਮਾਉਂਟ ਪਤਾ ਲੱਗ ਸਕਦੀ, ਇੱਕ ਦਿਨ 'ਚ ਇਕੱਠਾ ਨਹੀਂ ਹੋਇਆ। ਕਿਉਂਕਿ ਮੈਨੂੰ ਪਤਾ ਵੀ ਖਰਚਾ ਤਾਂ ਬਹੁਤ ਹੋ ਗਿਆ ਹੋਊ। ਇਕੱਠਾ ਕਈ ਕਿਸੇ ਵੇਲੇ ਤਾਂ ਮੈਨੂੰ ਕਿਸੇ ਪ੍ਰਦਰਸ਼ਨੀ 'ਚ ਕੋਈ ਮਾਤਾ ਜੀ ਆਏ, ਉਹ ਕਹਿੰਦੇ ਆ ਪੋਥੀ ਸਾਡੇ ਘਰ ਪਈ ਹੈ, ਸਾਡੇ ਬੱਚੇ ਪੜ੍ਹਦੇ ਨਹੀਂ ਜਾਂ ਇਹਨੂੰ ਪੜ੍ਹ ਹੀ ਨਹੀਂ ਸਕਦੇ, ਲੜੀਵਾਰ ਹੈ ਜੀ। ਤੇ ਉਹ ਕਹਿੰਦੇ ਜੀ ਅਸੀਂ ਤਾਂ ਇਹਨੂੰ ਜਲ ਪ੍ਰਵਾਹ ਕਰਨ ਜਾਣਾ ਸੀ, ਚਲੋ ਤੁਸੀਂ ਸੰਭਾਲ ਲਓ ਇਹਨੂੰ। ਕੋਈ ਮੈਨੂੰ ਫ੍ਰੀ ਵੀ ਦੇ ਜਾਂਦੇ ਆ, ਕਈ ਥਾਂ ਤੋਂ ਮੈਨੂੰ ਲੈਣੀ ਪਵੇ ਤੇ ਮੈਨੂੰ ਕੋਈ 10,000 ਮੰਗ ਲੈਂਦਾ, ਕੋਈ 20,000, ਕੋਈ ਲੱਖ ਰੁਪਇਆ ਵੀ ਮੰਗ ਲੈਂਦਾ। ਮੇਰੀ ਇੱਕ ਸ਼ੌਂਕ ਆ ਵੀ ਮੈਨੂੰ ਜਿੰਨਾ ਕਿਸੇ ਨੇ ਪੈਸੇ ਮੰਗੇ ਮੈਂ ਉਹਨੇ ਦੇ ਕੇ ਲੈ ਲੈਣੀ। ਤੁਸੀਂ ਆਪਦੇ ਨਿੱਜੀ ਸ਼ੌਂਕ ਤੇ ਅੱਗੇ ਹੈ ਚੀਜ਼ ਲਈ? ਹਾਂ ਨਹੀਂ, ਇਹ ਵੀ ਸ਼ੌਂਕ ਹੀ ਹੈ, ਉਹ ਨਿੱਜੀ ਸ਼ੌਂਕ, ਨਿੱਜੀ ਲਾਲਸਾ, ਪਰਿਵਾਰ ਦੇ ਕਿਤੇ ਨਾ ਹਾਂ ਲਾਲਸਾ ਹੁੰਦੀਆਂ ਬੰਦੇ ਨੂੰ ਵੀ ਚਲੋ ਮੈਂ ਹਾਈ ਐਂਡ ਲਾਈਫ ਆਪਣੀ ਇੰਜੋਏ ਕਰ ਲਾਂ ਜੀ, ਵਧੀਆ ਤੋਂ ਵਧੀਆ ਘਰ 'ਚ ਰਹਿ ਲਾਂ, ਵਧੀਆ ਤੋਂ ਵਧੀਆ ਮੈਂ ਆਪਣੀ ਗੱਡੀਆਂ ਰੱਖ ਲਵਾਂ, ਜੁਐਲਰੀ ਲੈ ਲਵਾਂ ਜਾਂ ਹੋਰ ਕੱਪੜੇ ਪਾ ਲਈਏ ਜੀ। ਸ਼ੌਂਕ ਤੁਹਾਡਾ ਹੁੰਦਾ ਡਾਇਵਰਟ ਕਿੱਧਰ ਨੂੰ ਹੋ ਗਿਆ, ਮੇਰਾ ਸ਼ੌਂਕ ਇੱਧਰ ਡਾਇਵਰਟ ਹੋ ਗਿਆ। ਮੇਰੇ ਲਈ ਇਹੀ ਗਹਿਣਾ ਜੀ, ਇਹੀ ਕੋਠੀ ਆ, ਇਹੀ ਗੱਡੀ ਆ, ਤੇ ਮੈਂ ਇਹ 'ਚ ਇਨਵੈਸਟ ਕੀਤਾ। ਮੈਂ ਆਪਣੇ ਸਾਰੇ ਸ਼ੌਂਕ ਦੱਬ ਕੇ ਜੇ ਇਹ ਸ਼ੌਂਕ ਡਿਵੈਲਪ ਕਰ ਲਿਆ, ਕਿਉਂਕਿ ਬਾਕੀ ਚੀਜ਼ਾਂ ਸਾਰੀਆਂ ਤੁਸੀਂ ਮਟੀਰੀਅਲਿਸਟਿਕ ਚੀਜ਼ਾਂ ਬਾਜ਼ਾਰੋਂ ਲੈ ਸਕਦੇ ਹੋ ਜੀ। ਇਹ ਚੀਜ਼ਾਂ ਜੇ ਅੱਜ ਤੁਸੀਂ ਕਹੋ ਮੇਰੇ ਜੇਬ 'ਚ ਲੱਖ ਰੁਪਇਆ ਮੈਂ ਬਾਜ਼ਾਰ 'ਚੋਂ ਜਾ ਕੇ ਆ ਗ੍ਰੰਥ ਲੈ ਆਊਂਗਾ, ਇਹ ਨਹੀਂ ਮਿਲਣਾ। ਨਹੀਂ ਮਿਲਣਾ ਇਹ ਪਿਛਲੇ 30 ਸਾਲ ਦੇ ਵਿੱਚ ਜਿੰਨੀ ਕੁ ਮੇਰੀ ਅਰਨਿੰਗ ਸੀ, ਜੀ ਜਿੰਨੇ ਮੇਰੇ ਐਸੈਟ ਸੀ ਉਹ ਵੇਚੇ, ਜੀ ਗੱਡੀਆਂ ਦੇ ਕੇ ਵੀ ਗ੍ਰੰਥ ਲਿੱਤੇ, ਜੀ ਸਾਰੀ ਜੁਐਲਰੀ ਵੀ ਦੇ ਕੇ ਇੱਕ ਦਿਨ ਗ੍ਰੰਥ ਲਿਆਏ। ਜੀ ਮੈਂ ਆਪਣੀ ਸਾਰੀ ਜੁਐਲਰੀ ਦੇ ਕੇ ਇੱਕ ਦਿਨ 3 ਪੋਥੀਆਂ ਲੈ ਕੇ ਆਇਆ ਸੀ। ਜੀ। ਆਪਣੀ ਪ੍ਰਾਪਰਟੀ ਸੇਲ ਕੀਤੀ। ਹੁਣ ਮੈਂ ਆਪਣਾ ਮਕਾਨ ਵੇਚਣ ਤੇ ਲਾਇਆ ਹੋਇਆ ਜੀ। ਤੇ ਇਹ ਵੇਚ ਕੇ ਵੀ ਜੇ ਇੱਕ ਮਿਊਜ਼ੀਅਮ ਖੜਾ ਹੋ ਸਕਦਾ ਜੀ, ਤੇ ਮੈਂ ਉਹ 'ਚ ਖੁਸ਼ ਹੋਊਂਗਾ, ਕਿਰਾਏ ਤੇ ਰਹਿ ਕੇ ਵੀ ਮੈਂ ਖੁਸ਼ ਹਾਂ ਉਹ 'ਚ। ਮੈਂ ਨਾ ਇੱਥੇ ਦਰਸ਼ਕਾਂ ਨੂੰ ਅਪੀਲ ਕਰੂੰਗਾ, ਦਰਸ਼ਕੋ ਗੱਲ ਉਹ ਵੀ ਇੱਕ ਸਰਦਾਰ ਸਾਹਿਬ ਨੇ ਆਪਣੀ ਸਾਰੀ ਮੈਂ ਕਹਿੰਦਾ ਨਿੱਜੀ ਸ਼ੌਂਕ ਤਿਆਗ ਕੇ ਆਪਦੇ ਪਰਿਵਾਰ ਦੇ ਬੱਚਿਆਂ ਦੀਆਂ ਕਹਿ ਸਕਦੇ ਆ ਵੀ ਜੋ ਉਹਨਾਂ ਦੇ ਖਰਚ ਹੋਣੇ ਉਹ ਸ਼ੌਂਕ ਮਾਰ ਕੇ ਵੀ ਇੰਨਾ ਖਜ਼ਾਨਾ ਆਪਣੀ ਕੌਮ ਦਾ ਇਕੱਠਾ ਕੀਤਾ। ਇੱਥੇ ਕੌਮ ਦੀ ਗੱਲ 'ਚ ਮੈਂ ਹਿੰਦੂ, ਮੁਸਲਿਮ, ਸਿੱਖ ਸਾਰਿਆਂ ਨੂੰ ਲੈਣਾ ਵੀ ਜਦੋਂ ਵੀ ਕੋਈ ਪ੍ਰੋਗਰਾਮ ਕਰਾਉਂਦੇ ਆ ਘੱਟੋ ਘੱਟ ਇਹਨਾਂ ਦੀ ਪ੍ਰਦਰਸ਼ਨੀ ਲਵਾਓ, ਕੋਈ ਪਿੰਡ 'ਚ, ਕੋਈ ਸ਼ਹਿਰ 'ਚ ਜਾਂ ਕੋਈ ਹੋਰ ਸਾਂਝਾ ਸਮਾਗਮ ਆ, ਅਤੇ ਇਹਨਾਂ ਨੂੰ ਉਹਦੇ ਇਵਜ਼ ਦੇ ਵਿੱਚ ਕੁਛ ਨਾ ਕੁਛ ਤੁਸੀਂ ਰਾਸ਼ੀ ਦਿਓ ਤਾਂ ਕਿ ਇਹ ਆਪਦਾ ਮਿਊਜ਼ੀਅਮ ਬਣਾ ਸਕਣ, ਉਹ ਆਉਣ ਵਾਲੀਆਂ ਪੀੜ੍ਹੀਆਂ ਤੱਕ ਆਪਣਾ ਸਹੀ ਸਲਾਮਤ ਰਹੂਗਾ। ਬਾਕੀ ਖਰਚੇ ਭੁੱਲ ਜਾਣੇ, ਜਿੱਥੇ ਹੋਰ ਇੰਨਾ ਖਰਚੇ ਕਰਦੇ ਹੋ ਉੱਥੇ ਥੋੜ੍ਹਾ ਜਿਹਾ ਖਰਚਾ ਇੱਧਰ ਇਸ ਕੰਮ ਲਈ ਵੀ ਕੱਢ ਲਿਆ ਕਰੋ। ਮੈਂ ਸਰ ਤੁਹਾਡਾ ਨੰਬਰ ਦੇ ਦੇਣਾ ਜੀ ਹੁਣ ਮੈਂ। ਮਿਹਰਬਾਨੀ ਜੀ, ਕਿਉਂਕਿ ਇਹ ਵੀ ਇੱਕ ਤਰਾਸਦੀ ਕਹਿ ਸਕਦੇ ਆ ਤੁਸੀਂ ਅੱਜ ਦੀ ਡੇਟ ਦੇ ਵਿੱਚ ਸਾਡੇ ਇਹ ਚੀਜ਼ ਸਾਂਭਣ ਵਾਲੀ ਹੈ ਸਰਮਾਇਆ। ਤੁਹਾਨੂੰ ਇਤਰਾਜ਼ ਤਾਂ ਨਹੀਂ ਜੀ ਨੰਬਰ ਦੇ ਦਿਓ? ਨਹੀਂ, ਮੈਨੂੰ ਕੋਈ ਇਤਰਾਜ਼ ਨਹੀਂ ਜੀ ਉਹ 'ਚ। ਜੇ ਕੋਈ ਸੰਸਥਾ ਚਾਹਵੇ ਤਾਂ ਉਹ ਅਗਰ ਮਿਊਜ਼ੀਅਮ ਬਣਾਉਣ ਲਈ ਹੈਲਪ ਕਰਨੀ ਚਾਹੁੰਦੀ ਹੈ ਤਾਂ ਉਹਦੇ ਲਈ ਕੋਈ ਪ੍ਰੋਬਲਮ ਨਹੀਂ ਉਹਨੂੰ ਜੀ, ਕਿਉਂਕਿ ਇਹਦੇ ਵੱਲ ਧਿਆਨ ਨਹੀਂ ਦਿੱਤਾ ਗਿਆ। ਹੈਰੀਟੇਜ ਵੱਲ ਧਿਆਨ ਦੇਣ ਦੀ ਬਜਾਏ ਜਿਹੜੇ ਸਾਡੇ ਧਾਰਮਿਕ ਸੰਸਥਾਵਾਂ ਵੀ ਸੀ ਉਹਦੇ ਵਿੱਚ ਅਸਲ ਦੇ ਵਿੱਚ ਸਿਆਸਤ ਜ਼ਿਆਦਾ ਆ ਗਈ ਜੀ, ਤੇ ਉਹ ਪੋਲੀਟੀਕਲੀ ਮੋਟੀਵੇਟਡ ਹੋ ਗਏ। ਉਹਨਾਂ ਨੂੰ ਇਹ ਨਹੀਂ ਹੈਰੀਟੇਜ ਸੰਭਾਲਣ ਵੱਲ ਧਿਆਨ ਨਹੀਂ ਹੈਗਾ। ਜ਼ਿਆਦਾ ਧਿਆਨ ਕਾਹਦੇ 'ਚ ਹੈ ਕਿ ਤੁਸੀਂ ਇਹ ਬਿਲਡਿੰਗ ਆ ਇਹਦਾ ਸੀਮੈਂਟ ਉਤਾਰ ਕੇ ਇੱਥੇ ਮਾਰਬਲ ਲਾ ਦਿਓ। ਅਗਲੇ ਸਾਲ ਉਹ ਕਹਿੰਦੇ ਵੀ ਹਾਂਜੀ ਆਪਣੇ ਕੋਲ ਕਿੰਨਾ ਫੰਡ ਹੋ ਗਿਆ ਜੀ, ਗੋਲਕ 'ਚ ਆਪਣੇ ਕੋਲ ਇੰਨੇ ਲੱਖ ਰੁਪਏ ਆ ਗਏ, ਫਿਰ ਕਹਿੰਦੇ ਆ ਮਾਰਬਲ ਲਾ ਦਿਓ, ਇੱਥੇ ਗ੍ਰੇਨਾਈਟ ਲਾ ਦਿਓ। ਹਾਂ, ਮਹਿੰਗਾ ਉਸ ਤੋਂ ਅਗਲੇ ਸਾਲ ਫਿਰ ਉਹ ਗ੍ਰੇਨਾਈਟ ਵੀ ਲੱਗ ਗਿਆ, ਫਿਰ ਅਗਲੇ ਸਾਲ ਉਹ ਕਹਿੰਦੇ ਵੀ ਹੁਣ ਇੰਨਾ ਪੈਸਾ ਇਕੱਠਾ ਇਹਨੂੰ ਕਿੱਥੇ ਯੂਜ਼ ਕਰਨਾ, ਹੁਣ ਸੋਨਾ ਚਾੜ ਸੰਗਤਾਂ ਦੇਈ ਜਾਂਦੀਆਂ, ਫਿਰ ਉਹ ਉੱਤੇ ਗੋਲਡ ਕਹਿੰਦੇ ਸੋਨਾ ਚਾੜ ਦਿਓ ਇਹਦੇ ਕਬੰਦਾਂ ਤੇ, ਜਾਂ ਸੋਨੇ ਦੇ ਫੁੱਲ ਦਾ ਜੀ ਇੰਨੇ ਕਰੋੜ ਰੁਪਏ ਦੇ ਜੀ। ਵੀ ਉਹਦੇ ਨਾਲ ਤੁਸੀਂ ਆਪਣੀ ਵਿਰਾਸਤ ਨੂੰ ਉਹਨੇ ਪੈਸੇ ਨਾਲ ਸਾਂਭ ਸਕਦੇ ਹੋ। ਤੁਸੀਂ ਆਉਣ ਵਾਲੀ ਨਸਲ ਨੂੰ ਦੱਸ ਸਕਦੇ ਹੋ ਕਿ ਸਾਡੇ ਸ਼ਸਤਰ ਕੀ ਸੀ, ਸਾਡੇ ਸ਼ਾਸਤਰ ਕੀ ਸੀ। ਸਾਨੂੰ ਸਿੱਖਾਂ ਨੂੰ ਇਹ ਹੁਕਮ ਹੋਇਆ ਕਿ ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ ਜੀ। ਗ੍ਰੰਥ ਨੂੰ ਗੁਰੂ ਦਾ ਦਰਜਾ ਦਿੱਤਾ ਗਿਆ ਜੀ। ਗੁਰੂ, ਅਸੀਂ ਗੁਰੂ ਗ੍ਰੰਥ ਸਾਹਿਬ ਨੂੰ ਗੁਰੂ ਮੰਨਦੇ ਹਾਂ। ਸਾਨੂੰ ਸੇਧ ਦਿੱਤੀ ਗਈ ਵੀ ਗੁਰੂ ਗ੍ਰੰਥ ਸਾਹਿਬ ਤੋਂ ਪੜ੍ਹ ਕੇ ਉਹਦੇ ਆਸ਼ੇ ਮੁਤਾਬਕ ਤੁਸੀਂ ਆਪਣੇ ਜੀਵਨ ਜਿਹੜਾ ਉਹ ਢਾਲੋ ਜੀ। ਠੀਕ ਹੈ, ਤੁਸੀਂ ਉਹਨਾਂ ਗ੍ਰੰਥਾਂ ਦੀ ਸੰਭਾਲ ਨਾ ਕਰਕੇ ਸਿਰਫ ਬਿਲਡਿੰਗਾਂ ਬਣਾਈ ਜਾਈਏ ਅਸੀਂ, ਜਾਂ ਉਹ 'ਤੇ ਮਾਰਬਲ ਲਾਈ ਜਾਈਏ, ਸੋਨਾ ਚਾੜ੍ਹੀ ਜਾਈਏ, ਉਹਦੇ ਨਾਲੋਂ ਚਾਹੀਦੀ ਜ਼ਰੂਰਤ, ਸਮੇਂ ਦੀ ਜ਼ਰੂਰਤ ਹੁਣ ਕੀ ਹੈ ਕਿ ਬਹੁਤ ਮਾਰਬਲ ਲੱਗ ਚੁੱਕਾ, ਬਹੁਤ ਸੋਨਾ ਚੜ੍ਹ ਚੁੱਕਾ ਜੀ। ਹੋਰ ਉਹ 'ਤੇ ਜੇ ਕਿਲੋ ਸੋਨਾ ਹੋਰ ਵੀ ਲਾ ਦੋਗੇ ਤਾਂ ਉਹਨੂੰ ਕੋਈ ਫਰਕ ਨਹੀਂ ਪੈਣਾ ਜੀ। ਅਤੇ ਉਹਦੇ ਨਾਲ ਕਿਸੇ ਨੂੰ ਸੇਧ ਵੀ ਨਹੀਂ ਮਿਲਣੀ। ਜੇ ਕਿਸੇ ਬਿਲਡਿੰਗ 'ਤੇ 5 ਕਿਲੋ ਸੋਨਾ ਲਾ ਵੀ ਦਿੰਦੇ ਹੋ, ਉਹਦੇ ਨਾਲ ਕੌਮ ਨੂੰ ਕੀ ਸੇਧ ਮਿਲ ਰਹੀ ਹੈ? ਤੇ ਇਹ ਚੀਜ਼ ਸਾਂਭਣ ਲਈ ਤੁਹਾਨੂੰ ਆਪਣੀ ਹੈਰੀਟੇਜ ਵੱਲ ਹੁਣ ਤੁਰਨਾ ਪਊਗਾ ਜੀ। ਮਾਰਬਲ ਸੋਨਾ ਬਹੁਤ ਲੱਗ ਚੁੱਕਾ, ਹੁਣ ਕੋਸ਼ਿਸ਼ ਕਰਨੀ ਪਊਗੀ ਜਿਹੜੀ ਵਿਰਾਸਤ ਕਿਤੇ ਵੀ ਪਈ ਆ। ਚਲੋ ਇਹ ਤਾਂ ਜਿਹੜੀ ਮੈਂ ਇਕੱਠੀਆਂ ਜਿੰਨੀਆਂ ਕਰ ਲਈਆਂ, ਹੋਰ ਘਰਾਂ 'ਚ ਪਈਆਂ, ਕਿਤੇ ਵੀ ਹੈ ਜੀ, ਹੋਰ ਕਈ ਡੇਰਿਆਂ 'ਚ ਪਈਆਂ,
ਵੀ ਉਹਨਾਂ ਨੂੰ ਚਾਹੀਦਾ ਵੀ ਉਹ ਸਾਰਿਆਂ ਦੀ ਸੰਭਾਲ ਕੀਤੀ ਜਾਵੇ, ਉਹਨਾਂ ਨੂੰ ਰੀਸਟੋਰ ਕਰੋ ਤਾਂ ਕਿ ਇਨ ਫਿਊਚਰ ਜੇ ਤੁਹਾਨੂੰ ਰੈਫਰੈਂਸ ਕਿੱਥੋਂ ਲਓਗੇ ਤੁਸੀਂ, ਜੇ ਇਹ ਵੀ ਖਤਮ ਹੋ ਜਾਂਦੀਆਂ, ਸਪੋਜ਼ ਇਹਨਾਂ ਨੂੰ ਜਲਾ ਦਿੱਤਾ ਜਾਂਦਾ, ਇਹਨਾਂ ਦਾ ਸੰਸਕਾਰ ਕਰ ਦਿਓ, ਇਹਨਾਂ ਨੂੰ ਜਲ ਪ੍ਰਵਾਹ ਕਰ ਦਿੰਦੇ, ਤੇ ਅਗਲੀ ਨਸਲ ਲਈ ਜਿਹੜੀ ਅਗਲੇ ਜੋਬ ਉਹਨਾਂ ਨੂੰ ਪ੍ਰਿੰਟਿੰਗ 'ਚ ਮਿਲਣਾ ਉਹਨੇ ਉਹੀ ਪੜ੍ਹਨਾ। ਜੇ ਉਹ 'ਚ ਕੋਈ ਗਲਤੀ ਹੈ ਤਾਂ ਉਹ ਕਿੱਥੋਂ ਰੈਫਰੈਂਸ ਕਿੱਥੋਂ ਲਓਗੇ, ਸੋਧ ਕਿੱਥੋਂ ਕੀਤੀ ਜਾਊਗੀ ਜੇ ਇਸ ਚੀਜ਼ ਨੂੰ ਅਸੀਂ ਸੰਭਾਲਾਂਗੇ ਹੀ ਨਹੀਂ। ਫਿਰ ਸ਼ਸਤਰ ਤੇ ਸ਼ਾਸਤਰ, ਇਹ ਦੋ ਕਨਸੈਪਟ ਜਿਹੜੇ ਸਾਨੂੰ ਦਿੱਤੇ ਗਏ ਕਿ ਤੁਸੀਂ ਬਾਣੀ ਤੋਂ ਸੇਧ ਲੈਣੀ ਆ, ਸ਼ਸਤਰ ਆਪਣੀ ਰੱਖਿਆ ਲਈ ਰੱਖਣਾ, ਇਹ ਦੋ ਚੀਜ਼ਾਂ ਸਾਨੂੰ ਦਿੱਤੀਆਂ ਗਈਆਂ ਸੀ। ਦੋਨੇ ਚੀਜ਼ਾਂ ਤੋਂ ਹੁਣ ਆਪਾਂ ਦੂਰ ਹੋ ਗਏ। ਦੂਰ ਹੋਣ ਦਾ ਲਾਸ ਕੀ ਹੋਇਆ, ਜਿਵੇਂ ਦਿੱਲੀ ਦੇ ਵਿੱਚ ਇੱਕ ਪਿੱਛੇ ਜੇ ਬਹੁਤ ਰੌਲਾ ਪਿਆ, ਇੱਕ ਕੁੜੀ ਨੂੰ ਜਿਹਨੂੰ ਗੈਂਗ ਰੇਪ ਕਰਤਾ ਗਿਆ ਜੀ, ਜੇ ਉਹ ਸ਼ਸਤਰਧਾਰੀ ਹੁੰਦੀ ਸ਼ਾਇਦ ਉਹ ਆਪਣਾ ਬਚਾਅ ਕਰ ਸਕਦੀ, ਡਿਫੈਂਸ 'ਚ ਹੋਣਾ ਸੀ ਉਹਨੇ। ਜੇ ਉਹ ਨਾ ਵੀ ਸ਼ਸਤਰ ਕੱਢੇ, ਜੇ ਕਿਸੇ ਕੋਲ ਸ਼ਸਤਰ ਪਾਇਆ ਤੇ ਸਾਹਮਣੇ ਵਾਲੇ ਨੂੰ ਇਹ ਹੁੰਦਾ ਕਿ ਇਹਦੇ ਸ਼ਸਤਰਧਾਰੀ ਹੈ, ਇੱਕ ਰੋਬ ਵੀ ਆ ਉਹਦਾ, ਹਾਂ ਉਹਦਾ ਇੱਕ ਭੈਵ ਹੈ, ਜਿਹੜੀ ਮਾੜਾ ਜਿਹੜਾ ਅਨਸਰ ਹੈ ਨਾ, ਉਹਨੂੰ ਜੇ ਪਤਾ ਲੱਗੇ ਕਿ ਇਹ ਫਲਾਣਾ ਸ਼ਸਤਰਧਾਰੀ ਹੈ ਸਾਹਮਣੇ, ਉਹ ਛੇਤੀ ਹਿੰਮਤ ਨਹੀਂ ਕਰਦਾ ਉਹਦੇ ਨਾਲ ਟਾਕਰਾ ਕਰਨ ਦੀ। ਜਮਾ ਸਹੀ ਹੈ। ਫਿਰ ਇਹ ਸਾਡੀ ਜਿਹੜੀ ਅਗਲੀ ਜਨਰੇਸ਼ਨ ਆ, ਇਹ ਜਿੰਨਾ ਸ਼ਸਤਰ ਤੇ ਸ਼ਾਸਤਰ ਤੋਂ ਦੂਰ ਜਾਊਗੀ ਉਹਨਾਂ ਹੀ ਨੁਕਸਾਨ ਉਠਾਊਗੀ, ਔਰ ਉਠਾ ਵੀ ਰਹੀ ਹੈ। ਬਿਲਕੁਲ। ਤੇ ਮੇਰਾ ਕਨਸੈਪਟ ਇਹ ਸੀ ਕਿ ਮੈਂ ਇਹੀ ਕੋਸ਼ਿਸ਼ ਕਰ ਰਿਹਾ ਵੀ ਅਗਲੀ ਜਨਰੇਸ਼ਨ ਨੂੰ ਦੱਸਣ ਲਈ ਵੀ ਸਾਡਾ ਇਤਿਹਾਸ ਕੀ ਸੀ, ਸਾਡਾ ਵਿਰਸਾ ਕੀ ਹੈ। ਸਾਡੇ ਗੁਰੂ ਸਾਹਿਬ ਨੇ ਸਾਨੂੰ ਸ਼ਸਤਰ ਦਿੱਤੇ, ਸ਼ਾਸਤਰ ਦਿੱਤੇ, ਫਿਰ ਨਾਨਕਸ਼ਾਹੀ ਸਿੱਕੇ ਆ, ਜਿਨ੍ਹਾਂ ਤੋਂ ਸਿੱਕਿਆਂ ਤੋਂ ਇਹ ਪਤਾ ਲੱਗਦਾ ਦੁਨੀਆ ਦੀ ਸਾਰੀਆਂ ਕਰੰਸੀਆਂ ਤੁਸੀਂ ਦੇਖ ਲਓ, ਸਾਨੂੰ 2600 ਸਾਲ ਤੱਕ ਦੇ ਸਿੱਕੇ ਮਿਲਦੇ ਆ ਜੀ। ਉਹਦੇ ਵਿੱਚ ਗ੍ਰੀਕਸ ਆਏ, ਰੋਮਨਸ ਆਏ, ਉਹ ਮਿਡੀਵਲ ਪੀਰੀਅਡ ਆਇਆ, ਉਸ ਤੋਂ ਬਾਅਦ ਮੁਗਲ ਆਏ, ਸਲਤਨਤਾਂ ਆਈਆਂ, ਉਹਦੇ ਵਿੱਚ ਸਾਰਿਆਂ ਨੇ ਆਪਣਾ ਸਿੱਕਾ ਜਾਰੀ ਕੀਤਾ ਜੀ। ਹਰੇਕ ਬਾਦਸ਼ਾਹ ਨੇ, ਜੇ ਇੰਗਲੈਂਡ ਦਾ ਸਿੱਕਾ ਜਾਂ ਬ੍ਰਿਟਿਸ਼ ਸਿੱਕਾ ਇੰਡੀਆ ਦਾ ਚੱਕ ਲਓ, ਵਿਕਟੋਰੀਆ ਕੁਈਨ ਦੀ ਫੋਟੋ ਬਣੀ ਹੈ ਜੀ। ਮੁਗਲਾਂ ਦਾ ਸਿੱਕਾ ਚੱਕ ਲਓ, ਜਹਾਂਗੀਰ ਦਾ ਨਾਮ ਹੈ ਜੀ। ਦੁਨੀਆ ਦੀ ਇੱਕੋ ਹੀ ਕਰੰਸੀ ਹੈ ਨਾਨਕਸ਼ਾਹੀ ਸਿੱਕਾ, ਜਿਹਦੇ 'ਤੇ ਰਾਜੇ ਨੇ ਆਪਣਾ ਨਾਂ ਨਹੀਂ ਲਿਖਿਆ, ਗੁਰੂ ਦੇ ਨਾਂ 'ਤੇ ਸਿੱਕਾ ਚਲਾਇਆ। ਇਹ ਚੀਜ਼ ਸਿੱਖਾਂ ਨੂੰ ਪਤਾ ਨਹੀਂ, ਦੱਸਣ ਦੀ ਲੋੜ ਜੀ ਕਿ ਗੁਰੂ ਦੇ ਨਾਂ 'ਤੇ ਵੀ ਪੰਜਾਬ 'ਚ ਸਿੱਕਾ ਚੱਲਦਾ ਰਿਹਾ। ਤਿਆਗ ਦਾ ਨਾਮ ਹੈ ਸਿੱਖ ਮਿਸਲਾਂ ਨੇ, ਮਹਾਰਾਜਾ ਰਣਜੀਤ ਸਿੰਘ ਨੇ, ਉਸ ਤੋਂ ਬਾਅਦ ਖੜਕ ਸਿੰਘ, ਸ਼ੇਰ ਸਿੰਘ, ਅਖੀਰ ਸਿੱਖ ਰਾਜ ਦਾ ਆਖਰੀ ਦਲੀਪ ਸਿੰਘ ਦੇ ਸਿੱਕੇ ਤੱਕ ਵੀ ਅਕਾਲ ਸਹਾਇ ਗੁਰੂ ਨਾਨਕ ਜੀ, ਜਰਬ ਸ਼੍ਰੀ ਅੰਮ੍ਰਿਤਸਰ ਜੀ, ਇਹ ਗੁਰੂ ਦੇ ਨਾਂ 'ਤੇ ਸਿੱਕਾ ਚੱਲਿਆ। ਇਹ ਦੱਸਣ ਦੀ ਲੋੜ ਹੈ। ਉਹ ਕਿੱਦਾਂ ਪਤਾ ਲੱਗੂਗਾ, ਜਦੋਂ ਅਸੀਂ ਉਹਨਾਂ ਚੀਜ਼ਾਂ ਨੂੰ ਸਾਂਭਾਂਗੇ ਤਾਂ ਹੀ ਅਗਲੀ ਜਨਰੇਸ਼ਨ ਨੂੰ ਦੱਸ ਸਕਾਂਗੇ। ਤੇ ਮੇਰਾ ਮਕਸਦ ਇਹੀ ਹੈ, ਮੇਰਾ ਇੱਕ ਡ੍ਰੀਮ ਪ੍ਰੋਜੈਕਟ ਹੈ ਕਿ ਇੱਕ ਸਿੱਖ ਮਿਊਜ਼ੀਅਮ ਬਣਾਵਾਂ, ਉਹਦੇ ਵਿੱਚ ਇਹ ਸਾਰੇ ਗ੍ਰੰਥ ਰੱਖੇ ਜਾਣ, ਸਾਰੇ ਨਾਨਕਸ਼ਾਹੀ ਸਿੱਕੇ ਹੋਣ, ਸ਼ਸਤਰ ਹੋਣ। ਮੈਂ ਇਹੀ ਹੁਣ ਸੋਚਦਾ ਵੀ ਇਹ ਸਾਰਾ ਕੁਝ ਜਿਹੜਾ ਇੱਕ ਥਾਂ 'ਤੇ ਡਿਸਪਲੇ ਹੋ ਜਾਏ, ਉਹਦੇ ਲਈ ਇੱਕ ਬਹੁਤ ਵਧੀਆ ਜਗ੍ਹਾ ਬਣਾ ਕੇ ਇੱਕ ਬਕਾਇਦਾ ਬਿਲਡਿੰਗ ਬਣੇ, ਉਹਦੇ ਵਿੱਚ ਪੂਰਾ ਇਨਫਰਾਸਟਰਕਚਰ ਹੋਵੇ, ਉਹਦੇ 'ਚ ਸਿਕਿਉਰਿਟੀ ਹੈ, ਲਾਈਟਸ ਹੈ, ਕੈਮਰਾ ਹੈ, ਉਹਦੇ ਸ਼ੋਕੇਸਿਸ ਹੈ, ਇੱਕ ਇੰਟਰਨੈਸ਼ਨਲ ਸਟੈਂਡਰਡ ਦਾ ਇੱਕ ਮਿਊਜ਼ੀਅਮ ਬਣਾਉਣਾ ਚਾਹੁੰਦਾ, ਜਿਹਦੇ ਵਿੱਚ ਇਹ ਸਾਰੀਆਂ ਚੀਜ਼ਾਂ ਨੂੰ ਸੰਭਾਲ ਕੇ ਅਗਲੀਆਂ ਨਸਲਾਂ ਲਈ, ਮੈਂ ਨਾ ਵੀ ਇਸ ਦੁਨੀਆ 'ਤੇ ਰਹਾਂ ਤਾਂ ਵੀ ਆਉਣ ਵਾਲੀਆਂ ਨਸਲਾਂ ਨੂੰ ਉਹ ਚੀਜ਼ਾਂ ਤੋਂ ਦੇਖ ਕੇ ਪ੍ਰੇਰਨਾ ਮਿਲਦੀ ਰਹੇ ਜੀ। ਅਤੇ ਇਹਦੇ ਵਿੱਚ ਜੇ ਕੋਈ, ਚਾਹੇ ਕੋਈ ਸੰਸਥਾ ਹੈ, ਚਾਹੇ ਕੋਈ ਵਿਅਕਤੀ ਹੈ ਜਿਹੜਾ ਸਪੋਰਟ ਕਰ ਸਕਦਾ ਉਸ ਮੇਰੇ ਡ੍ਰੀਮ ਪ੍ਰੋਜੈਕਟ ਨੂੰ ਪੂਰਾ ਕਰਨ ਲਈ, ਉਹਦਾ ਸਵਾਗਤ ਹੈ। ਬਿਲਕੁਲ ਜੀ। ਦਰਸ਼ਕੋ, ਸੰਗਤ ਬਹੁਤ ਵੱਡੀ ਚੀਜ਼ ਹੁੰਦੀ ਹੈ, ਸੋ ਲਾਜ਼ਮੀ ਤੁਸੀਂ ਸਹਿਯੋਗ ਕਰਨਾ, ਸ਼ੇਅਰ ਕਰਨਾ। ਨੰਬਰ ਮੈਂ ਤੁਹਾਨੂੰ ਦੇ ਦੂੰਗਾ, ਤੁਸੀਂ ਉਹਦੇ 'ਤੇ ਕਾਲ ਕਰਨੀ ਆ, ਜੋ ਹੈਲਪ ਕਰ ਸਕਦੇ ਹੋਏ ਉਹ ਕਰਿਓ। ਧੰਨਵਾਦ। ਜੇ ਕੋਈ ਸਕੂਲਾਂ ਕਾਲਜਾਂ 'ਚ ਅਸੀਂ ਪ੍ਰਦਰਸ਼ਨੀਆਂ ਵੀ ਲਾਉਂਦੇ ਹਾਂ ਜੀ, ਤਾਂ ਕਿ ਅਗਲੀ ਜਨਰੇਸ਼ਨ ਨੂੰ ਪਤਾ ਲੱਗ ਸਕੇ ਹੈਰੀਟੇਜ ਬਾਰੇ, ਅਤੇ ਕੋਈ ਸਕੂਲ, ਕਾਲਜ, ਯੂਨੀਵਰਸਿਟੀਆਂ 'ਚ, ਕੋਈ ਗੁਰਦੁਆਰਿਆਂ 'ਚ, ਆਪਣੇ ਪਿੰਡਾਂ 'ਚ ਜੇ ਕਿਤੇ ਵੀ ਪ੍ਰਦਰਸ਼ਨੀ ਲਗਾਉਣੀ ਚਾਹੁੰਦਾ, ਉਹ ਸਾਨੂੰ ਸੰਪਰਕ ਕਰ ਸਕਦਾ। ਲਾਜ਼ਮੀ ਜੀ, ਲਾਜ਼ਮੀ ਸੰਪਰਕ ਕਰਨਗੇ ਦਰਸ਼ਕ। ਸਰ ਧੰਨਵਾਦ ਤੁਹਾਡਾ, ਮਿਹਰਬਾਨੀ, ਧੰਨਵਾਦ ਜੀ, ਧੰਨਵਾਦ।